ਬਹੁਤ ਹੀ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ, ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਦਾ ਸਿਮਰਨ ਕਰੀਏ ਜੀ। ਸਾਰੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਵਲ ਇੰਜੀਨੀਅਰ ਸੁਖਚੈਨ ਸਿੰਘ ਲਾਇਲਪੁਰੀ ਆਪ ਜੀ ਦਾ ਬਹੁਤ ਧੰਨਵਾਦੀ ਹਾਂ, ਜੋ ਆਪ ਜੀ ਨੇ ਮੇਰੇ ਵੱਲੋਂ ਕੁਝ ਮਹਾਨ ਸ਼ਖਸੀਅਤਾਂ ਦੇ ਜੀਵਨ ਉੱਪਰ ਖੋਜ ਭਰਪੂਰ ਪਾਈਆਂ ਵੀਡੀਓ ਨੂੰ ਬਹੁਤ ਮਾਣ ਤੇ ਸਤਿਕਾਰ ਦਿੱਤਾ ਹੈ। ਮੈਂ ਆਪ ਜੀ ਦਾ ਸਦਾ ਰਿਣੀ ਰਹਾਂਗਾ। ਆਪ ਜੀ ਨੇ ਇਹ ਵੀਡੀਓ ਨੂੰ ਸਤਿਕਾਰ ਤਾਂ ਦਿੱਤਾ ਹੀ ਹੈ, ਲੇਕਿਨ ਆਪਣੇ ਤੋਂ ਬਾਅਦ ਅੱਗੇ ਦੂਸਰੇ ਤੱਕ, ਦੂਸਰਿਆਂ ਤੋਂ ਬਾਅਦ ਤੀਸਰਿਆਂ ਤੱਕ ਬਹੁਤ ਵੱਡੇ ਪੱਧਰ ਤੇ ਇਹਨਾਂ ਵੀਡੀਓਜ਼ ਨੂੰ ਅੱਗੇ ਪਹੁੰਚਾਉਣ ਦੀ ਜੋ ਜ਼ਿੰਮੇਵਾਰੀ ਨਿਭਾਈ ਹੈ, ਇਹ ਬਹੁਤ ਹੀ ਸ਼ਲਾਘਾਯੋਗ ਹੈ। ਮੈਂ ਇਹ ਦੇਣ ਆਪ ਜੀ ਦਾ ਦੇ ਨਹੀਂ ਸਕਾਂਗਾ, ਔਰ ਆਪ ਜੀ ਵੱਲੋਂ ਕੁਝ ਹੋਰ ਮਹਾਨ ਸ਼ਖਸੀਅਤਾਂ ਦੇ ਜੀਵਨ ਉੱਪਰ ਵੀ ਵੀਡੀਓ ਜਾਰੀ ਕਰਨ ਦੇ ਲਈ ਜਿਹੜੀ ਇੱਕ ਲਿਸਟ ਮੈਨੂੰ ਭੇਜੀ ਗਈ ਹੈ, ਮੈਂ ਉਹਦੇ ਤੇ ਵੀ ਆਪ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਆਪ ਜੀ ਨੇ ਮੈਨੂੰ ਇਸ ਕਾਬਲ ਸਮਝਿਆ। ਮੇਰੀ ਆਪਣੀ ਕੋਈ ਕਾਬਲੀਅਤ ਨਹੀਂ, ਮੈਂ ਆਪਣੇ ਆਪ ਜੀ ਦੇ ਚਰਨਾਂ ਦਾ ਦਾਸ ਹਾਂ, ਮੈਂ ਆਪ ਜੀ ਦੇ ਚਰਨਾਂ ਦੀ ਧੂੜ ਦੇ ਬਰਾਬਰ ਵੀ ਨਹੀਂ। ਇਹ ਜੋ ਕੁਝ ਵੀ ਹੈ, ਇਹ ਮੈਂ ਆਪਣੇ ਗੁਰੂ ਪਿਤਾ ਸੁਲਤਾਨੁਲ ਢਾਡੀ ਗਿਆਨੀ ਸੋਹਣ ਸਿੰਘ ਸ਼ੀਤਲ ਜੀ ਹੋਰਾਂ ਤੋਂ ਲੰਮਾ ਸਮਾਂ ਉਹਨਾਂ ਦੀ ਸੇਵਾ 'ਚ ਰਹਿ ਕੇ, ਸੇਵਾ ਨਿਭਾ ਕੇ ਉਹਨਾਂ ਕੋਲੋਂ ਸਿੱਖਣ ਦਾ ਯਤਨ ਕੀਤਾ ਔਰ ਬਹੁਤ ਕੁਛ ਉਹਨਾਂ ਕੋਲੋਂ ਪ੍ਰਾਪਤ ਕੀਤਾ। ਆਪਾਂ ਹਮੇਸ਼ਾ ਦੀ ਤਰ੍ਹਾਂ ਅੱਜ ਫੇਰ ਇੱਕ ਕਿਸੇ ਮਹਾਨ ਘਟਨਾ ਜਾਂ ਕਿਸੇ ਮਹਾਨ ਸ਼ਖਸੀਅਤ ਬਾਰੇ ਵਿਚਾਰ ਕਰਾਂਗੇ। ਸੋ ਮੈਂ ਆਪਣਾ ਪ੍ਰੋਗਰਾਮ ਆਰੰਭ ਕਰਾਂ। ਅੱਜ ਦਾ ਜਿਹੜਾ ਮੇਰਾ ਪ੍ਰੋਗਰਾਮ ਹੈ ਉਹ ਹੈ ਸਿੱਖ ਕੌਮ ਦੇ ਵਿੱਚ ਸਭ ਤੋਂ ਬੇਨਜ਼ੀਰ ਘਟਨਾ ਹੈ ਵੱਡਾ ਘੱਲੂਘਾਰਾ। ਇਸ ਘੱਲੂਘਾਰੇ ਦੇ ਵਿੱਚ ਉਹ ਸਿੱਖਾਂ ਦੀ ਗਿਣਤੀ ਉਸ ਵੇਲੇ 50,000 ਦੇ ਕਰੀਬ ਮੰਨੀ ਗਈ ਹੈ, ਜਿਹਦੇ ਵਿੱਚੋਂ ਲਗਭਗ 30,000 ਸਿੱਖ ਇੱਕੋ ਦਿਨ ਵਿੱਚ ਸਵੇਰ ਤੋਂ ਸ਼ਾਮ ਤੱਕ ਕਤਲ ਹੋਇਆ ਹੈ। ਏਡਾ ਵੱਡਾ ਕਤਲੇਆਮ ਸਿੱਖਾਂ ਦੀ ਹਿਸਟਰੀ ਦੇ ਵਿੱਚ ਹੋਰ ਕੋਈ ਨਹੀਂ। ਇਸ ਕਰਕੇ ਇਸ ਕਤਲੇਆਮ ਨੂੰ ਵੱਡਾ ਘੱਲੂਘਾਰੇ ਦਾ ਨਾਮ ਦਿੱਤਾ ਹੈ, ਕਿਉਂਕਿ ਇਹਦੇ ਵਿੱਚ ਬਜ਼ੁਰਗ ਬੀਬੀਆਂ, ਬਜ਼ੁਰਗ ਮਾਵਾਂ, ਛੋਟੇ ਬੱਚੇ, ਬੱਚੀਆਂ ਔਰ ਇੱਥੋਂ ਤੱਕ ਕਿ ਗਰਭਵਤੀ ਔਰਤਾਂ ਦੇ ਗਰਭ ਵਿੱਚ ਜਿਹੜੇ ਬੱਚੇ ਸੀ ਉਹ ਵੀ ਇਸ ਮੈਦਾਨੀ ਜੰਗ ਵਿੱਚ ਅਹਿਮਦ ਸ਼ਾਹ ਅਬਦਾਲੀ ਦੇ ਸਿਪਾਹੀਆਂ ਵੱਲੋਂ ਮਾਰੇ ਗਏ। ਮਾਵਾਂ ਦੇ ਗਰਭ ਵਿੱਚ ਜੋ ਬੱਚੇ ਸੀ ਉਹ ਬੱਚੇ ਵੀ ਅਹਿਮਦ ਸ਼ਾਹ ਅਬਦਾਲੀ ਦੇ ਸਿਪਾਹੀਆਂ ਵੱਲੋਂ ਉਹਨਾਂ ਮਾਵਾਂ ਦੇ ਪੇਟ ਵਿੱਚੋਂ ਦੀ ਨੇਜਾ ਆਰ ਪਾਰ ਕਰਕੇ ਉਹਨਾਂ ਬੱਚਿਆਂ ਦਾ ਸਪੈਸ਼ਲ ਕਤਲ ਕੀਤਾ ਗਿਆ। ਇਹ ਦੁਨੀਆ ਦੀ ਇੱਕ ਬੇਨਜ਼ੀਰ ਘਟਨਾ ਸੀ। ਦੁਨੀਆ ਦੇ ਕਿਸੇ ਧਰਮ ਵਿੱਚ ਵੀ ਬੱਚੇ ਤੇ, ਔਰਤ ਤੇ, ਬਜ਼ੁਰਗ ਤੇ ਵਾਰ ਕਰਨਾ ਬਿਲਕੁਲ ਸਖਤੀ ਨਾਲ ਮਨਾ ਮੰਨਿਆ ਜਾਂਦਾ ਹੈ, ਲੇਕਿਨ ਦੁਨੀਆ ਦਾ ਇੱਕ ਬਹੁਤ ਸਤਿਕਾਰਯੋਗ ਧਰਮ ਜਿਹਨੂੰ ਅਹਿਲੇ ਇਸਲਾਮ ਕਿਹਾ ਜਾਂਦਾ ਹੈ, ਉਸ ਇਸਲਾਮ ਧਰਮ ਦੇ ਵਿੱਚ ਵੀ ਔਰਤ ਤੇ, ਬਜ਼ੁਰਗ ਤੇ ਔਰ ਮਾਸੂਮ ਬੱਚੇ ਉੱਤੇ ਵਾਰ ਕਰਨਾ ਸ਼ਰਅ ਦੇ ਬਿਲਕੁਲ ਉਲਟ ਮੰਨਿਆ ਜਾਂਦਾ ਹੈ। ਲੇਕਿਨ ਇਹ ਕੰਮ ਅਹਿਮਦ ਸ਼ਾਹ ਅਬਦਾਲੀ ਨੇ ਕਿਉਂ ਕੀਤਾ, ਇਹ ਅੱਗੇ ਚੱਲ ਕੇ ਆਵੇਗਾ। ਉਹਨੇ ਜਿੱਥੇ ਇਹ ਅਤਿਆਚਾਰ ਕੀਤਾ ਹੈ ਉੱਥੇ ਉਹਨੇ ਆਪਦੇ ਧਰਮ ਦੇ ਕਾਨੂੰਨ ਨੂੰ ਵੀ ਛਿੱਕੇ ਟੰਗ ਦਿੱਤਾ ਹੈ, ਜਦੋਂ ਕਿ ਉਹ ਆਪ
ਉਹਦੀ ਜੀਵਨੀ ਵਿੱਚੋਂ ਜੋ ਪ੍ਰਾਪਤ ਹੋਇਆ ਉਹ ਵੇਖਿਆ ਗਿਆ ਕਿ ਬਹੁਤ ਧਾਰਮਿਕ ਤੇ ਬਹੁਤ ਜ਼ਿਆਦਾ ਉਹ ਰੱਬ ਨੂੰ ਮੰਨਣ ਵਾਲਾ, ਇਬਾਦਤ ਕਰਨ ਵਾਲਾ, ਰੱਬ ਦੇ ਸ਼ੁਕਰ ਵਿੱਚ ਰਹਿਣ ਵਾਲਾ ਵਿਅਕਤੀ ਹੈ। ਲੇਕਿਨ ਇੱਥੇ ਇਹ ਕੀ ਕੌਤਕ ਵਾਪਰਿਆ, ਇਹਦੇ ਬਾਰੇ ਆਪਾਂ ਅੱਗੇ ਵਿਚਾਰ ਕਰਾਂਗੇ। ਮੈਂ ਇੱਕ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਾਂ ਕਿ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦਾ ਹੈ। ਅੱਜ ਦਾ ਜੋ ਦੌਰ ਹੈ, ਇਸ ਦੌਰ ਦੇ ਵਿੱਚ ਸਾਡੇ ਬੱਚੇ ਜੇ ਪੜ੍ਹਾਈ ਦੇ ਫੀਲਡ ਵਿੱਚ ਨੇ ਤੇ ਉਹਨਾਂ ਦੇ ਉੱਤੇ ਪੜ੍ਹਾਈਆਂ ਦਾ ਇੰਨਾ ਕੁ ਬੋਝ ਹੈ ਕਿ ਉਹਨਾਂ ਕੋਲ ਹੋਰ ਕੁਛ ਵੀ ਕਰਨ ਵਾਸਤੇ ਸਮਾਂ ਨਹੀਂ। ਜੇ ਸਾਡੇ ਬੱਚੇ ਕਾਰੋਬਾਰ ਵਿੱਚ ਨੇ, ਉਹਨਾਂ ਕੋਲ ਵੀ ਕਿਤਾਬਾਂ ਪੜ੍ਹਨ ਲਈ ਸਮਾਂ ਨਹੀਂ। ਬਹੁ ਗਿਣਤੀ ਸਾਡੇ ਬੱਚਿਆਂ ਦੀ ਸਾਡੇ ਭਾਰਤ ਦੇਸ਼ ਤੋਂ ਬਾਹਰ ਦੇ ਮੁਲਕਾਂ 'ਚ ਚਲੀ ਗਈ। ਔਰ ਬਾਹਰ ਜਾ ਕੇ ਜੋ ਬੱਚਿਆਂ ਦੀ ਹਾਲਤ ਹੁੰਦੀ ਹੈ, ਮੈਂ ਕਾਫੀ ਮੁਲਕਾਂ ਵਿੱਚ ਜਾ ਕੇ ਵੇਖਿਆ ਹੈ ਕਿ ਉਹ ਬੱਚੇ ਸਿਰਫ ਜਾਂ ਤੇ ਕਿਤੇ ਕੁਛ ਸਮਾਂ ਖਾਣਾ ਖਾਣ ਦੀ ਟਾਈਮ ਕੱਢਦੇ ਨੇ ਤੇ ਜਾਂ ਥੋੜਾ ਜਿਹਾ ਸਮਾਂ ਉਹ ਕਿਤੇ ਆਰਾਮ ਕਰਦੇ ਨੇ, ਨਹੀਂ ਤਾਂ ਬਾਹਰ ਜਾ ਕੇ ਉਹ ਮਸ਼ੀਨ ਦੀ ਤਰ੍ਹਾਂ ਚੱਲਦੇ ਨੇ, ਤਾਂ ਜਾ ਕੇ ਉਹਨਾਂ ਦੇ ਉੱਤੇ ਚੜੇ ਹੋਏ ਕਰਜ਼ੇ ਪੂਰੇ ਹੁੰਦੇ ਨੇ ਤੇ ਉਹ ਆਪਦੇ ਇੱਧਰ ਬੈਠੇ ਪਰਿਵਾਰਾਂ ਨੂੰ ਕੋਈ ਖਰਚ ਭੇਜਣ ਯੋਗ ਬਣ ਜਾਂਦੇ ਨੇ। ਇਸ ਤਰ੍ਹਾਂ ਦਾ ਦੌਰ ਚੱਲ ਰਿਹਾ ਹੈ। ਇਸ ਦੌਰ ਦੇ ਵਿੱਚ ਸਾਡੀ ਨਵੀਂ ਪੀੜ੍ਹੀ ਨੂੰ ਇਤਿਹਾਸ ਪਹੁੰਚਾਉਣ ਲਈ ਸਾਡੇ ਕੁਝ ਸਤਿਕਾਰਯੋਗ ਇਤਿਹਾਸਕਾਰਾਂ ਨੇ ਯਤਨ ਕੀਤੇ ਨੇ, ਕਿਉਂਕਿ ਅੱਜ ਕੱਲ੍ਹ ਇੰਟਰਨੈਟ ਦਾ ਯੁੱਗ ਚੱਲ ਰਿਹਾ ਹੈ। ਜੇ ਕੋਈ ਬੱਚਾ ਟੈਕਸੀ ਵੀ ਚਲਾਉਂਦਾ ਹੈ ਤੇ ਕਮ ਸੇ ਕਮ ਉਹਦੇ ਕੰਨਾਂ ਨਾਲ ਲੱਗਾ ਇੰਟਰਨੈਟ ਉਹਨੂੰ ਇਤਿਹਾਸ ਨਾਲ ਜੋੜ ਸਕਦਾ ਹੈ। ਇਸ ਲਈ ਸਾਰੇ ਇਤਿਹਾਸਕਾਰਾਂ ਨੇ, ਸਾਰੇ ਪ੍ਰਚਾਰਕਾਂ ਨੇ ਇਹ ਜਿਹੜਾ ਬੀੜਾ ਉਠਾਇਆ, ਮੈਂ ਕਹਿੰਦਾ ਬਹੁਤ ਸ਼ਲਾਘਾਯੋਗ ਹੈ ਕਿ ਜੇ ਉਹ ਬੱਚੇ ਕਿਤਾਬਾਂ ਨਹੀਂ ਪੜ੍ਹ ਸਕਦੇ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਵਿਰਸੇ ਨਾਲ ਜੋੜੀਏ ਔਰ ਉਹ ਬੱਚੇ ਆਪਦੇ ਇਤਿਹਾਸ ਤੋਂ ਜਾਣੂ ਹੋਣ। ਇਤਿਹਾਸ ਦੇ ਵਾਕਫ ਹੋਣ ਕਰਕੇ ਹੀ ਸਿੱਖ ਕੌਮ ਦੀ ਅੱਜ ਵੀ ਚੜ੍ਹਦੀ ਕਲਾ ਉਸੇ ਤਰ੍ਹਾਂ ਬਰਕਰਾਰ ਹੈ ਜੋ ਚੜ੍ਹਦੀ ਕਲਾ ਸਾਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਦਾ ਪੂਰਾ ਸਰਬੰਸ ਵਾਰ ਕੇ ਖਾਲਸਾ ਸਥਾਪਨਾ ਕੀਤੀ ਔਰ ਖਾਲਸੇ ਨੂੰ ਜਿਹੜੀ ਚੜ੍ਹਦੀ ਕਲਾ ਗੁਰੂ ਸਾਹਿਬ ਨੇ ਕਿਰਪਾ ਕਰਕੇ ਬਖਸ਼ੀ, ਅੱਜ ਵੀ ਉਹ ਸਾਡੀ ਚੜ੍ਹਦੀ ਕਲਾ ਬਰਕਰਾਰ ਹੈ। ਉਹਦਾ ਸਰ ਸਦਕਾ ਕਿ ਸਾਡੇ ਵੱਡ ਵਡੇਰਿਆਂ ਨੇ ਪੀੜ੍ਹੀ ਦਰ ਪੀੜ੍ਹੀ ਉਹਨਾਂ ਘਟਨਾਵਾਂ ਨੂੰ ਜੋ ਉਸ ਜ਼ਮਾਨੇ 'ਚ ਵਾਪਰਦੀਆਂ ਰਹੀਆਂ ਸਨ, ਉਹ ਆਪਦੇ ਤੋਂ ਗਾਂ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ ਆਪਦੇ ਤਰੀਕੇ ਨਾਲ। ਹੁਣ ਕਿਉਂਕਿ ਕਿਤਾਬਾਂ ਪੜ੍ਹਨੀਆਂ ਸਮਾਂ ਦੀ ਘਾਟ ਹੋ ਗਈ ਹੈ, ਇਸ ਕਰਕੇ ਅਸੀਂ ਚਾਹਵਾਨ ਹਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ, ਨਵੀਂ ਜਨਰੇਸ਼ਨ ਨੂੰ ਉਹ ਘਟਨਾਵਾਂ ਪਹੁੰਚਾਈਆਂ ਜਾਣ ਜਿਨ੍ਹਾਂ ਤੋਂ ਉਹ ਨਾ ਵਾਕਫ ਹਨ। ਇਹ ਨਿਮਾਣੀ ਜਿਹੀ ਸੇਵਾ ਨੂੰ ਮੈਨੂੰ ਆਸ ਹੈ ਕਿ ਆਪ ਜੀ ਪ੍ਰਵਾਨ ਕਰੋਗੇ ਔਰ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਇਸ ਨੂੰ ਭੇਜਣ ਦਾ ਇੱਕ ਵੱਡ ਮੁੱਲਾ ਸੇਵਾ ਨਿਭਾਓ, ਕਿਉਂਕਿ ਅਸੀਂ ਤੇ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਕੇ ਆਪ ਜੀ ਦੇ ਚਰਨਾਂ ਵਿੱਚ ਇਹ ਰੱਖ ਰਹੇ ਹਾਂ ਤੇ ਆਪ ਜੀ ਨੇ ਤੇ ਕੇਵਲ ਇੱਕ ਬਟਨ ਹੀ ਨੱਪਣਾ ਹੈ ਜਿਹਦੇ ਨਾਲ ਉਹਨਾਂ ਲੋਕਾਂ ਤੱਕ ਵੀ ਪਹੁੰਚ ਜਾਣੀ ਹੈ ਜਿਨ੍ਹਾਂ ਤੱਕ ਅਸੀਂ ਨਹੀਂ ਪਹੁੰਚਾ ਸਕੇ। ਸੋ ਮੇਰੀ ਸਾਰਿਆਂ ਦੇ ਚਰਨਾਂ 'ਚ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਵੀਡੀਓ ਨੂੰ ਮੇਰੇ ਲਈ ਨਹੀਂ, ਉਸ ਗੁਰੂ ਦੇ ਬਖਸ਼ੇ ਹੋਏ ਇਤਿਹਾਸ ਨੂੰ ਅੱਗੇ ਤੋਰਨ ਦੇ ਲਈ ਇਸ ਨੂੰ ਸਬਸਕ੍ਰਾਈਬ ਕਰੋ ਔਰ ਨਾਲ ਹੀ ਵੱਧ ਤੋਂ ਵੱਧ ਇਸ ਨੂੰ ਇੱਕ ਤੋਂ ਦੂਸਰੇ ਤੋਂ ਤੀਸਰੇ ਤੱਕ ਪਹੁੰਚਾਉਣ ਦੇ ਆਪਦੇ ਸਾਰੇ ਸੱਜਣਾ ਮਿੱਤਰਾਂ ਨੂੰ ਮੈਸੇਜ ਲਾਓ ਕਿ ਇਹ ਵੱਧ ਤੋਂ ਵੱਧ ਇਹ ਹਿਸਟਰੀ ਆਪਣੀ ਸਾਰਿਆਂ ਤੱਕ ਪਹੁੰਚ ਸਕੇ। ਇਸ ਬੇਨਤੀ ਨੂੰ ਪ੍ਰਵਾਨ ਕਰੋ। ਮੈਂ ਆਪਣੇ ਸਬਜੈਕਟ ਤੇ, ਆਪਣੇ ਮਜ਼ਮੂਨ ਤੇ ਆਵਾਂ। ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਭਾਰਤ ਉੱਤੇ ਤੀਸਰਾ ਭਿਅੰਕਰ ਹਮਲਾ ਕੀਤਾ, ਇਹ ਲੜਾਈ ਦਿੱਲੀ ਦੇ ਲਾਗੇ ਪਾਣੀਪਤ ਦੇ ਮੈਦਾਨੀ ਜੰਗ ਵਿੱਚ ਹੋਈ ਔਰ ਹਿੰਦੁਸਤਾਨ ਦੇ ਇਤਿਹਾਸ ਵਿੱਚ ਇਸ ਲੜਾਈ ਨੂੰ ਪਾਣੀਪਤ ਦੀ ਤੀਸਰੀ ਲੜਾਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਔਰ ਹਿੰਦੁਸਤਾਨ ਦੇ ਵਿੱਚ ਇਹਦਾ ਬਹੁਤ ਵੱਡਾ
ਰੋਲ ਹੈ ਔਰ ਇਹਦੇ ਉੱਤੇ ਕਈ ਫਿਲਮਾਂ, ਕਈ ਨਾਟਕ, ਕਈ ਕਿਤਾਬਾਂ, ਕਈ ਥੀਸਿਸ ਲਿਖੇ ਗਏ, ਕਿਉਂਕਿ ਇਹ ਹਿੰਦੁਸਤਾਨ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਲੜਾਈ ਹੋਈ ਸੀ। ਇਸ ਲੜਾਈ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਜਦੋਂ ਪਾਣੀਪਤ ਦੇ ਮੈਦਾਨ ਪਹੁੰਚਿਆ, ਉਹ ਪੰਜਾਬ ਨੂੰ ਲੁੱਟਦਾ ਤੇ ਉਜਾੜਦਾ ਹੋਇਆ ਦਿੱਲੀ ਵੱਲ ਵਧਿਆ। ਪਾਣੀਪਤ ਦੇ ਮੈਦਾਨ ਵਿੱਚ ਮੁਗਲਾਂ ਨੇ ਤੇ ਮਰਹੱਟਿਆਂ ਨੇ ਰਲ ਕੇ ਉਸ ਦਾ ਰਸਤਾ ਰੋਕਿਆ। ਇੱਕ ਬਹੁਤ ਵੱਡੀ ਗਿਣਤੀ 'ਚ ਜ਼ਰਾਰ ਫੌਜ ਲੈ ਕੇ ਮਰਹੱਟੇ ਤੇ ਮੁਗਲ ਪਾਣੀਪਤ ਦੇ ਮੈਦਾਨ ਵਿੱਚ ਉਤਰੇ। ਇੱਧਰੋਂ ਅਹਿਮਦ ਸ਼ਾਹ ਅਬਦਾਲੀ ਮੀਲਾਂ ਦਾ ਫੈਸਲਾ ਸਫ਼ਰ ਤੈਅ ਕਰਕੇ ਆਪ ਤੇ ਘੋੜਿਆਂ ਸਮੇਤ ਥੱਕਿਆ ਟੁੱਟਿਆ ਉੱਥੇ ਪਹੁੰਚਿਆ, ਲੇਕਿਨ ਮਰਹੱਟਿਆਂ ਦੀ ਪਹਿਲਾਂ ਦੀ ਹੋਈ ਤਿਆਰੀ ਉਹਨਾਂ ਕੋਲ ਤਾਕਤ ਜ਼ਿਆਦਾ ਸੀ। ਪਰ ਅਫਸੋਸ ਕਿ ਮਰਹੱਟਾ ਸਿਪਾਹੀਆਂ ਦੇ ਕੋਲ ਅਹਿਮਦ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਦੇ ਸਿਪਾਹੀਆਂ ਵਰਗੀ ਦਲੇਰੀ ਨਹੀਂ ਸੀ। ਅਗਰ ਉਹਨਾਂ ਕੋਲ ਇੰਨੀ ਦਲੇਰੀ ਹੁੰਦੀ ਤੇ ਅਹਿਮਦ ਸ਼ਾਹ ਅਬਦਾਲੀ ਸਮੇਤ ਫੌਜ ਉਹਦਾ ਖੁਰਾ ਖੋਜ ਮਟਾਇਆ ਜਾ ਸਕਦਾ ਸੀ, ਲੇਕਿਨ ਐਸਾ ਨਹੀਂ ਹੋ ਸਕਿਆ। ਇਹਦੇ ਮਾਇਨੇ ਸਗੋਂ ਉਲਟ ਹੋ ਗਏ। ਅਬਦਾਲੀ ਨੇ ਜਦੋਂ ਜੰਗ ਸ਼ੁਰੂ ਕੀਤੀ, ਉਹਦੇ ਇੱਕ ਇੱਕ ਸਿਪਾਹੀ ਅਬਦਾਲੀ ਦੇ ਇਸ਼ਾਰੇ ਤੇ ਮਰ ਮਿਟਣ ਦੀ ਸ਼ਕਤੀ ਰੱਖਦਾ ਸੀ। ਅਬਦਾਲੀ ਨੂੰ ਇਹ ਗੱਲ ਦਾ ਮਾਣ ਸੀ ਕਿ ਜਿਸ ਸਿਪਾਹੀ ਨੂੰ ਉਹਨੇ ਕਿਹਾ ਕਿ ਤੂੰ ਅੱਗ 'ਚ ਛਾਲ ਮਾਰ, ਉਹ 1 ਮਿੰਟ ਤੋਂ ਪਹਿਲਾਂ ਛਾਲ ਮਾਰ ਕੇ ਜਾਨ ਦੇ ਦਿੰਦਾ ਸੀ। ਉਹਦੇ ਸਿਪਾਹੀ ਉਹਦੇ ਤੋਂ ਜਾਨਾਂ ਵਾਰਦੇ ਸਨ ਔਰ ਅਹਿਮਦ ਸ਼ਾਹ ਅਬਦਾਲੀ ਸਭ ਤੋਂ ਅੱਗੇ ਤਲਵਾਰ ਲੈ ਕੇ ਆਪ ਲੜਦਾ ਸੀ। ਇਸ ਤੋਂ ਪਹਿਲਾਂ ਜਿੰਨੇ ਵੀ ਹਮਲਾਵਰ ਭਾਰਤ ਉੱਤੇ ਆਏ, ਭਾਵੇਂ ਉਹ ਮਹਿਮੂਦ ਗਜ਼ਨਵੀ ਹੋਵੇ, ਭਾਵੇਂ ਉਹ ਨਾਦਰ ਸ਼ਾਹ ਹੋਵੇ, ਭਾਵੇਂ ਬਾਬਰ ਨੇ ਆ ਕੇ ਹਿੰਦੁਸਤਾਨ ਤੇ ਹਮਲੇ ਕੀਤੇ, ਤੈਮੂਰ ਨੇ ਕੀਤੇ, ਇਹ ਸਾਰੇ ਹਮਲਾਵਰ ਆਪਦੀ ਫੌਜੀ ਸ਼ਕਤੀ ਦੇ ਦਰਮਿਆਨ ਸੈਂਟਰ ਦੇ ਵਿੱਚ ਆਪ ਚੱਲਦੇ ਸਨ। ਆਪਦੇ ਤਗੜੇ ਚੋਣਵੇਂ ਜਰਨੈਲਾਂ ਨੂੰ ਸਭ ਤੋਂ ਅੱਗੇ ਕੱਢ ਕੇ ਚਲਾਇਆ ਜਾਂਦਾ ਸੀ। ਲੇਕਿਨ ਅਹਿਮਦ ਸ਼ਾਹ ਅਬਦਾਲੀ ਦੀ ਇਹ ਖਾਸੀਅਤ ਸੀ ਕਿ ਉਹ ਤਲਵਾਰ ਲੈ ਕੇ ਸਭ ਤੋਂ ਪਹਿਲਾਂ ਅੱਗੇ ਆਪ ਲੱਗਦਾ ਸੀ ਤੇ ਪਿੱਛੇ ਉਹਦੀ ਫੌਜ ਲੱਗਦੀ ਸੀ। ਬਿਲਕੁਲ ਇਸੇ ਤਰ੍ਹਾਂ ਹੀ ਪੰਜਾਬ ਦਾ ਮਹਾਰਾਜਾ ਸ਼ੇਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਵੀ ਸਭ ਤੋਂ ਪਹਿਲਾਂ ਤਲਵਾਰ ਲੈ ਕੇ ਫੌਜ ਦੇ ਅੱਗੇ ਘੋੜਾ ਕੱਢ ਕੇ ਆਪ ਟੁਰਦਾ ਸੀ, ਪਿੱਛੇ ਉਹਦੀ ਫੌਜ ਉਹਦੇ ਮਗਰ ਆਉਂਦੀ ਸੀ। ਇਹਨਾਂ ਦਾ ਦੋਵਾਂ ਦਾ ਇਹ ਨਜ਼ਰੀਆ ਇੱਕੋ ਹੀ ਸੀ। ਜਦੋਂ ਪਾਣੀਪਤ ਦੇ ਮੈਦਾਨ ਵਿੱਚ ਦੋਵਾਂ ਧਿਰਾਂ ਦੀ ਖੂਨ ਰੇਤ ਜੰਗ ਸ਼ੁਰੂ ਹੋਈ, ਲੇਕਿਨ ਵੱਡੀ ਦਲੇਰੀ ਦੇ ਬਾਵਜੂਦ ਅਹਿਮਦ ਸ਼ਾਹ ਅਬਦਾਲੀ ਅੱਗੇ ਵਧਿਆ। ਮਰਾਠੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਸਮੇਤ ਅਹਿਮਦ ਸ਼ਾਹ ਮਰ ਮਿਟਣ ਤੱਕ ਲੜ ਰਹੀ ਸੀ, ਲੇਕਿਨ ਮਰਾਠਿਆਂ ਦੀ ਫੌਜ ਬਹੁਤ ਸਾਰੀਆਂ ਰਾਜਾਂ ਰਿਆਸਤਾਂ ਤੋਂ ਇਕੱਠੀ ਕੀਤੀ ਹੋਈ ਵਿੱਚ ਮੁਗਲ ਫੌਜ ਉਹ ਆਪਣਾ ਆਪ ਜਾਨਾਂ ਬਚਾ ਕੇ ਲੜਦੇ ਸਨ। ਸਿੱਟਾ ਕੀ ਨਿਕਲਿਆ ਕਿ ਬਹੁਤ ਥੋੜੇ ਸਮੇਂ ਵਿੱਚ ਹੀ ਮਰਾਠਾ ਫੌਜ ਹਾਰ ਗਈ ਔਰ ਅੱਗੇ ਲੱਗ ਕੇ ਭੱਜ ਪਈ। ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਦਾ ਪਿੱਛਾ ਕੀਤਾ। ਇਤਿਹਾਸ ਇਸ ਗੱਲ ਨੂੰ ਦੱਸਦਾ ਹੈ ਕਿ 60 ਕੋਹ ਤੱਕ ਮਗਰ ਦੌੜ ਕੇ ਅਹਿਮਦ ਸ਼ਾਹ ਅਬਦਾਲੀ ਨੇ ਮਰਾਠੇ ਸਿਪਾਹੀਆਂ ਨੂੰ ਘੋੜਿਆਂ ਤੋਂ ਵੱਢ ਕੇ ਥੱਲੇ ਸੁੱਟਿਆ। ਇਹ ਪਾਣੀਪਤ ਦੀ ਤੀਸਰੀ ਲੜਾਈ ਦਾ ਜ਼ਿਕਰ ਹੈ। ਮੇਰਾ ਪ੍ਰਕਰਮ ਘਾਰੇ ਨਾਲ ਜਾ ਕੇ ਜੁੜਦਾ ਹੈ, ਸਬਜੈਕਟ ਲੰਮਾ ਨਾ ਹੋ ਜਾਏ, ਮੈਂ ਇਹਦੇ ਵਿਸਤਾਰ ਵਿੱਚ ਘੱਟ ਹੀ ਜਾਣਾ ਚਾਹੁੰਦਾ ਹਾਂ, ਮਾਫ ਕਰਨਾ। ਤਾਂ ਇਹ ਲੜਾਈ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਜਿੱਤ ਲਈ ਤੇ ਜੇਤੂ ਦੀ ਹੈਸੀਅਤ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦਿੱਲੀ ਵਿੱਚ ਵੜਿਆ। ਹੁਣ ਇਹਦੇ ਵਿੱਚ ਹਿਸਟਰੀ ਤੇ ਇਤਿਹਾਸ ਵਿੱਚ ਵੱਖ-ਵੱਖ ਇਤਿਹਾਸਕਾਰਾਂ ਦੀਆਂ ਰਾਇਆਂ ਨੇ। ਕੁਝ ਇਤਿਹਾਸਕਾਰ ਦੱਸਦੇ ਨੇ ਕਿ 96,000 ਮਰਹੱਟਾ ਇਸ ਜੰਗ ਵਿੱਚ ਮਾਰਿਆ ਗਿਆ। ਕੁਝ ਦੀ ਰਿਪੋਰਟ ਹੈ 1 ਲੱਖ ਔਰ ਵੱਖਰੀਆਂ ਰਿਪੋਰਟਾਂ ਜੋੜਦੇ ਜਾਓ ਤੇ 1.5 ਲੱਖ ਤੱਕ ਵੀ ਕੁਝ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇਸ ਮੈਦਾਨ ਵਿੱਚ ਮਰਹੱਟਾ ਸਿਪਾਹੀ ਮਾਰਿਆ ਗਿਆ, ਮੁਗਲ ਖਤਮ ਹੋ ਗਏ। ਔਰ
ਇੰਨੇ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਮਰਾਠਿਆਂ ਦੇ ਲਈ ਕੁਝ 10 12 15 ਸਾਲ ਲਈ ਉਹ ਖਾਮੋਸ਼ ਹੋ ਗਏ, ਕਿਉਂਕਿ ਜਵਾਨ ਕੋਈ ਰਿਹਾ ਹੀ ਨਹੀਂ। ਤੇ ਫਿਰ ਲੜਨਾ ਕਿਹਨੇ ਸੀ ਤੇ ਅੱਗੇ ਕਿਹਨੇ ਵਧਣਾ ਸੀ। ਮਰਾਠਾ ਸ਼ਕਤੀ ਭਾਰਤ ਵਿੱਚ ਲਗਭਗ 10 ਸਾਲ ਵਾਸਤੇ ਖਤਮ ਹੋ ਗਈ। ਇਹਦੀ ਵੱਡੀ ਖੁਸ਼ੀ ਅਹਿਮਦ ਸ਼ਾਹ ਅਬਦਾਲੀ ਨੂੰ ਹੋਈ, ਕਿਉਂਕਿ ਉਹ ਭਾਰਤ ਵਿੱਚ ਮੁਗਲਾਂ ਤੋਂ ਬਾਅਦ ਮਰਾਠਿਆਂ ਨੂੰ ਇੱਕ ਬਹੁਤ ਵੱਡੀ ਤਾਕਤ ਮੰਨ ਕੇ ਥੋੜ੍ਹਾ ਜਿਹਾ ਮਹਿਸੂਸ ਕਰਦਾ ਸੀ ਕਿ ਇਹ ਮੇਰਾ ਕਿਸੇ ਵੇਲੇ ਰਸਤਾ ਰੋਕ ਸਕਦੇ ਨੇ, ਪਰ ਅੱਜ ਉਹਨਾਂ ਨੂੰ ਉਹਨੇ ਖਤਮ ਕਰਤਾ। ਉਹਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਅੱਗੇ ਵੱਧ ਕੇ ਅਹਿਮਦ ਸ਼ਾਹ ਅਬਦਾਲੀ ਨੇ ਦਿੱਲੀ ਨੂੰ ਰੱਜ ਕੇ ਲੁੱਟਿਆ। ਉੱਥੋਂ ਦਾ ਧਨ ਦੌਲਤ, ਸਮਾਨ, ਘੋੜੇ, ਹਾਥੀ, ਊਠ, ਸੋਨਾ, ਚਾਂਦੀ, ਜਵਾਹਰਾਤ ਦੇ ਨਾਲ ਨਾਲ ਉਹਨੇ ਕੋਈ ਦਿਨ ਕਿ ਲਗਭਗ 2200 ਨੌਜਵਾਨ ਲੜਕੀ ਵੀ ਬੰਦੀ ਬਣਾਈ। ਹੁਣ ਇੱਥੇ ਆ ਕੇ ਕੁਛ ਇਤਿਹਾਸਕਾਰ ਕਹਿੰਦੇ ਨੇ 22,000, ਕੁਛ ਕਹਿੰਦੇ ਨੇ 24,000, ਕਿਸੇ ਦਾ ਮਤ ਹੈ 36,000, ਲੇਕਿਨ ਬਹੁਤਿਆਂ ਦੀ ਰਾਏ 22,000 ਤੇ ਖੜੀ ਹੈ। ਇਸ ਕਰਕੇ ਅਸੀਂ 22,000 ਨੂੰ ਆਧਾਰ ਮੰਨ ਕੇ ਚੱਲਾਂਗੇ। ਬੰਦੀ ਤਾਂ ਬਣਾਈਆਂ ਹੀ ਗਈਆਂ ਨਾ, ਭਾਵੇਂ 22,000 ਹੋਣ ਭਾਵੇਂ 2200 ਹੋਣ, ਲੇਕਿਨ ਬਹੁਤਿਆਂ ਨੇ 2200 ਮੰਨਿਆ। 2200 ਨੌਜਵਾਨ ਲੜਕੀਆਂ ਨੂੰ ਬੰਦੀ ਬਣਾ ਕੇ ਚੰਗੀ ਤਰ੍ਹਾਂ ਦਿੱਲੀ ਨੂੰ ਰੱਜ ਕੇ ਲੁੱਟ ਕੇ ਮਰਾਠਾ ਸ਼ਕਤੀ ਪੂਰੇ ਭਾਰਤ ਵਿੱਚੋਂ ਖਤਮ ਕਰਕੇ ਅਹਿਮਦ ਸ਼ਾਹ ਅਬਦਾਲੀ ਤਲਵਾਰ ਖੜਕਾ ਕੇ ਵਾਪਸ ਨੂੰ ਉਹਨੇ ਵਾਗ ਪਵਾਈ ਤੇ ਉਹ ਦੁਬਾਰਾ ਕਾਬਲ ਨੂੰ ਟੁਰ ਪਿਆ, ਕਿਉਂਕਿ ਇੱਥੇ ਉਹਨੂੰ ਇੱਕ ਸੁਨੇਹਾ ਮਿਲ ਰਿਹਾ ਹੈ ਕਿ ਪਿੱਛੇ ਕੰਧਾਰ ਦੇ ਵਿੱਚ ਕੁਝ ਗੜਬੜ ਹੋ ਗਈ। ਕੰਧਾਰ ਉਹਦੇ ਆਪਦੇ ਕਬੀਲੇ ਦਾ ਸ਼ਹਿਰ ਸੀ, ਅਫਗਾਨਾਂ ਦਾ, ਤੇ ਕੰਧਾਰ ਸ਼ਹਿਰ ਨੂੰ ਉਹ ਆਪ ਬੜਾ ਸੁੰਦਰ ਤੇ ਸਰਬ-ਪੱਖੀ ਵਿਕਾਸ ਨਾਲ ਆਪ ਉਸਾਰਦਾ ਪਿਆ ਸੀ। ਬਹੁਤ ਸਾਰੇ ਦੇਸ਼ਾਂ ਵਿੱਚੋਂ ਜਿਹੜਾ ਲੁੱਟ ਦਾ ਧਨ ਮਾਲ ਆਉਂਦਾ ਸੀ ਉਹਦੇ ਨਾਲ ਕੰਧਾਰ ਦੇ ਉਸਾਰੀ ਹੋ ਰਹੀ ਸੀ, ਦਰਵਾਜ਼ੇ ਬਣ ਰਹੇ ਸੀ, ਮਹਿਲ ਬਣ ਰਹੇ ਸੀ, ਉਹਦੇ ਵਿੱਚ ਵੱਖ-ਵੱਖ ਫੈਸਿਲਿਟੀਆਂ ਬਣਾਈਆਂ ਜਾ ਰਹੀਆਂ ਸਨ। ਕੰਧਾਰ ਨੂੰ ਉਹ ਦੁਨੀਆ ਦਾ ਸਭ ਤੋਂ ਸੋਹਣਾ ਤੇ ਵਧੀਆ ਸ਼ਹਿਰ ਬਣਾਉਣਾ ਚਾਹੁੰਦਾ ਸੀ। ਉਹਨੂੰ ਪਤਾ ਲੱਗਾ ਕਿ ਕੰਧਾਰ ਦੇ ਵਿੱਚ ਕਿਤੇ ਬਗਾਵਤ ਹੋ ਗਈ। ਹੁਣ ਇੱਕਦਮ ਜਿਹੜਾ ਹੈ ਉਹ ਆਪਦੀ ਵਾਗ ਪਿੱਛੇ ਕਾਬਲ ਨੂੰ ਘੁਮਾਈ ਤੇ ਤੁਰਨਾ ਸ਼ੁਰੂ ਕੀਤਾ। ਇਸ ਦੌਰਾਨ ਦਿੱਲੀ ਦੇ ਜਾਂ ਕੁਛ ਮਰਾਠਿਆਂ ਦੇ ਉਹਨਾਂ ਬਜ਼ੁਰਗਾਂ ਨੇ ਜਿਨ੍ਹਾਂ ਦੀਆਂ ਬੱਚੀਆਂ ਬੰਨ੍ਹ ਲਈਆਂ ਗਈਆਂ ਸਨ, ਉਹਨਾਂ ਨੇ ਦੌੜ ਕੇ ਉਸ ਵੇਲੇ ਦੇ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੱਕ ਪਹੁੰਚ ਕੀਤੀ। ਉਹਨਾਂ ਨੂੰ ਪਹੁੰਚ ਕੇ ਫਰਿਆਦ ਕੀਤੀ ਕਿ ਸਾਡੀਆਂ ਬੰਦੀ ਬੱਚੀਆਂ ਨੂੰ ਅਹਿਮਦ ਸ਼ਾਹ ਅਬਦਾਲੀ ਦੀ ਕੈਦ ਵਿੱਚੋਂ ਬਚਾਇਆ ਜਾਏ, ਨਹੀਂ ਤਾਂ ਇਹ ਲਿਜਾ ਕੇ ਉਸਨੇ ਗਜਨੀ ਦੇ ਬਾਜ਼ਾਰਾਂ ਵਿੱਚ ਟਕਿਆਂ ਦੇ ਹਿਸਾਬ ਤੇ ਵੇਚ ਦੇਣੀਆਂ। ਇਹ ਜਦੋਂ ਫਰਿਆਦ ਹੋਈ ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਉਹਨਾਂ ਦਾ ਜਿਹੜਾ ਅੰਗ ਰਕਸ਼ਕ ਸੀ, ਉਹਨਾਂ ਦਾ ਜਿਹੜਾ ਗਲਵਈ ਸੀ, ਸਰਦਾਰ ਗੁਰਮੁਖ ਸਿੰਘ ਨਾਲ ਸੀ। ਸਰਦਾਰ ਗੁਰਮੁਖ ਸਿੰਘ ਨੇ ਉਹਨਾਂ ਫਰਿਆਦੀ ਬਜ਼ੁਰਗ ਮਰਾਠਿਆਂ ਤੇ ਦਿੱਲੀ ਦੇ ਉਹਨਾਂ ਬਜ਼ੁਰਗਾਂ ਨੂੰ ਕਿਹਾ ਕਿ ਅਸੀਂ ਕਿਉਂ ਬਚਾਈਏ। ਉਸ ਵੇਲੇ ਉਹਨਾਂ ਸਾਰਿਆਂ ਨੇ ਗਲ ਵਿੱਚ ਪੱਲਾ ਪਾ ਕੇ ਇਹ ਕਿਹਾ ਕਿ ਜਥੇਦਾਰ ਸਾਹਿਬ, ਨਾਦਰ ਸ਼ਾਹ ਦੇ ਹਮਲੇ 'ਚ ਜਦੋਂ ਉਹਨੇ ਵੀ ਇਸ ਤਰ੍ਹਾਂ ਲੜਕੀਆਂ ਬੰਨੀਆਂ ਸਨ, ਢੱਗਾ ਕਿਹਾ ਜਾਂਦਾ ਇਹਨਾਂ ਬੰਦੀ ਔਰਤਾਂ ਨੂੰ, ਜਦੋਂ ਉਹ ਵੀ ਢੱਗਾ ਬੰਨ੍ਹ ਕੇ ਤੁਰਿਆ ਸੀ, ਉਦੋਂ ਵੀ ਤੁਸੀਂ ਉਹਨਾਂ ਬੰਦੀ ਬੱਚੀਆਂ ਨੂੰ ਛੁਡਾਇਆ ਸੀ, ਔਰ ਹੁਣ ਸਾਡੀਆਂ ਬੱਚੀਆਂ ਨੂੰ ਵੀ ਛੁਡਾ ਕੇ ਸਾਡੇ ਤੇ ਵੀ ਪਰਉਪਕਾਰ ਕਰੋ। ਸਰਦਾਰ ਜੱਸਾ ਸਿੰਘ ਨੇ ਮਨ ਹੀ ਮਨ ਇਹ ਸੋਚਿਆ ਕਿ ਖਾਲਸੇ ਦੇ ਦਰਬਾਰ 'ਚ, ਖਾਲਸੇ ਦੇ ਦਰ ਤੇ ਚੱਲ ਕੇ ਆਏ ਹੋਏ ਫਰਿਆਦੀ ਨੂੰ ਵਾਪਸ ਖਾਲੀ ਮੋੜ ਦੇਣਾ ਇਹ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਦੀ ਨੀਤੀ ਨਹੀਂ ਹੈ। ਇਸ ਕਰਕੇ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹਨੇ ਉਸੇ ਵੇਲੇ ਆਪਣੇ ਚੁਣਵੇਂ ਜਰਨੈਲਾਂ ਦੀ ਇੱਕ ਹੰਗਾਮੀ ਮੀਟਿੰਗ ਬੁਲਾਈ। ਉਹਦੇ ਵਿੱਚ ਉਸਨੇ ਉਹਨਾਂ ਕੋਲੋਂ ਰਾਏ ਲਈ ਤੇ ਉਹਨਾਂ ਨੂੰ ਆਖਿਆ ਕਿ ਖਾਲਸਾ ਜੀ, ਧੀਆਂ ਇਹ ਕਿਸੇ ਦੇਸ਼ ਦੀ ਅਣਖ ਗੈਰਤ ਹੋਇਆ ਕਰਦੀਆਂ ਨੇ। ਕੀ ਸਮਝਣਗੇ ਕਾਬਲ ਦੇ ਲੋਕ ਜਦੋਂ ਅਹਿਮਦ ਸ਼ਾਹ ਅਬਦਾਲੀ ਲਿਜਾ ਕੇ ਸਾਡੀਆਂ ਹਿੰਦੁਸਤਾਨ ਦੀਆਂ, ਭਾਰਤ ਦੀਆਂ ਬੱਚੀਆਂ ਨੂੰ, ਭਾਵੇਂ ਉਹ ਕਿਸੇ ਧਰਮ ਨਾਲ ਵੀ ਸੰਬੰਧਿਤ ਹੋਣ, ਉੱਥੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਜਦੋਂ ਉਹ ਵੇਚੇਗਾ
ਤੇ ਉੱਥੋਂ ਦੇ ਲੋਕ ਕੀ ਕਹਿਣਗੇ ਕਿ ਭਾਰਤ ਵਿੱਚ ਇਸ ਵੇਲੇ ਕੋਈ ਵੀ ਮਰਦ ਕੌਮ ਬਾਕੀ ਨਹੀਂ ਜੋ ਉਹਦੀਆਂ ਧੀਆਂ ਨੂੰ ਬਚਾ ਸਕਦੀ, ਕਿਉਂਕਿ ਇਹ ਲੜਕੀਆਂ ਵਿੱਚੋਂ ਛਾਂਟ ਕੇ ਕੁਝ ਲੜਕੀਆਂ ਨੂੰ ਕਾਬਲ ਦੇ ਹਰਮਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਸੀ ਔਰ ਕੁਝ ਨੂੰ ਲਿਜਾ ਕੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਵੇਚਿਆ ਜਾਂਦਾ ਸੀ, ਕਿਉਂਕਿ ਗਜਨੀ ਦੀ ਮਾਰਕੀਟ, ਗਜਨੀ ਦੇ ਬਾਜ਼ਾਰਾਂ ਵਿੱਚ ਉਸ ਵੇਲੇ ਇਨਸਾਨੀ ਜਾਮੇ, ਇਨਸਾਨ ਵਿਕਦੇ ਸਨ, ਭਾਵੇਂ ਉਹ ਬਜ਼ੁਰਗ ਹੋਣ, ਭਾਵੇਂ ਕੋਈ ਕਾਰੀਗਰ ਹੋਵੇ, ਭਾਵੇਂ ਨੌਜਵਾਨ ਹੋਵੇ, ਭਾਵੇਂ ਲੜਕੀਆਂ ਹੋਣ, ਇਹ ਸਾਰੀਆਂ ਦਾ ਇੱਕ ਬਾਜ਼ਾਰ ਲੱਗਦਾ ਸੀ ਔਰ ਉੱਥੇ ਵੱਖ-ਵੱਖ ਮੁਲਕਾਂ ਦੇ ਲੋਕ ਗੁਲਾਮ ਖਰੀਦਣ ਵਾਸਤੇ, ਕਾਰੀਗਰ ਖਰੀਦਣ ਵਾਸਤੇ, ਮਿਸਤਰੀ ਖਰੀਦਣ ਵਾਸਤੇ ਉੱਥੋਂ ਆ ਕੇ ਉਹ ਮੁੱਲ ਤਾਰ ਕੇ ਉਹਨਾਂ ਨੂੰ ਗੁਲਾਮਾਂ ਨੂੰ ਖਰੀਦ ਕੇ ਲੈ ਕੇ ਜਾਂਦੇ ਸਨ। ਤੇ ਜਿਹੜੀਆਂ ਹਰਮਾਂ 'ਚ ਛੱਡ ਦਿੱਤੀਆਂ ਜਾਂਦੀਆਂ ਸੀ ਉਹ ਇਸ ਲਈ ਹੁੰਦੀਆਂ ਸੀ ਕਿ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਜਿਹੜੀ ਹੁੰਦੀ ਸੀ ਉਹ ਉਹਨਾਂ ਦੇ ਨਾਲ ਅਤਿਆਚਾਰ ਕਰਦੀ ਰਹਿੰਦੀ ਸੀ। ਉਹ ਉਹਨਾਂ ਫੌਜੀਆਂ ਦੇ ਵਾਸਤੇ ਉਹਨਾਂ ਹਰਮਾਂ ਦੇ ਵਿੱਚ ਛੱਡੀਆਂ ਹੁੰਦੀਆਂ ਸਨ। ਇਹ ਉਹਨਾਂ ਲੜਕੀਆਂ ਉੱਤੇ, ਉਹਨਾਂ ਬੱਚੀਆਂ ਦੇ ਉੱਤੇ ਉਸ ਜ਼ਮਾਨੇ ਦੇ ਉੱਤੇ ਏਡਾ ਵੱਡਾ ਜੁਰਮ ਹੁੰਦਾ ਸੀ। ਜਦੋਂ ਸਾਥੀ ਜਥੇਦਾਰਾਂ ਨਾਲ ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਸਰਦਾਰ ਬਘੇਲ ਸਿੰਘ ਆਦਿ ਇਤਿਆਦਿਕ ਜਦੋਂ ਜਰਨੈਲਾਂ ਦੇ ਨਾਲ ਸੁਲਤਾਨੁਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਰਹਿ ਲਈ, ਉਹਨਾਂ ਸਾਰਿਆਂ ਨੇ ਸਰਦਾਰ ਜੱਸਾ ਸਿੰਘ ਦੀ ਹਾਂ ਵਿੱਚ ਹਾਂ ਮਿਲਾਈ ਔਰ ਉਸੇ ਵੇਲੇ ਹੀ ਇਹਨਾਂ ਨੇ ਅਬਦਾਲੀ ਦੇ ਕਾਫਲੇ ਵੱਲ ਕੂਚ ਕਰ ਦਿੱਤਾ। ਅਬਦਾਲੀ ਉਸ ਵੇਲੇ ਗੋਇੰਦਵਾਲ ਦੇ ਪੱਤਨ ਨੂੰ ਪਾਰ ਕਰ ਰਿਹਾ ਸੀ। ਇੱਕ ਬੜਾ ਲੰਬਾ ਕਾਫਲਾ ਜਾ ਰਿਹਾ ਸੀ। ਅਬਦਾਲੀ ਲਗਭਗ ਕੋਈ 30-35 ਕਿਲੋਮੀਟਰ ਦਾ ਉਹਦਾ ਇਹ ਕਾਫਲਾ ਫੌਜੀਆਂ ਦਾ ਸੀ, ਜਿਹਦੇ ਵਿੱਚ ਲੁੱਟ ਦਾ ਸਮਾਨ ਵੀ ਸੀ ਤੇ ਉਹਦੀ ਫੌਜ ਵੀ ਲਾਈਨਾਂ ਬਣਾ ਕੇ ਗੱਡਿਆਂ ਤੇ, ਤਾਂਗਿਆਂ ਤੇ, ਘੋੜਿਆਂ ਤੇ, ਹਾਥੀਆਂ ਤੇ ਜਾ ਰਹੇ ਸਨ। ਬਿਲਕੁਲ ਪਿੱਛੇ ਜਿਹਾ ਜਾ ਕੇ ਕੁਛ ਗੱਡਿਆਂ ਤੇ ਤਾਂਗਿਆਂ ਉੱਤੇ ਇਹ ਬੱਚੀਆਂ ਜੂੜ ਕੇ ਦੋ ਇਕੱਠੀਆਂ ਕਰਕੇ ਬੱਧੀਆਂ ਹੋਈਆਂ ਸਨ ਤੇ ਇਹ ਉੱਚੀ ਉੱਚੀ ਰੋਂਦੀਆਂ ਕੁਰਲਾਉਂਦੀਆਂ ਜਾ ਰਹੀਆਂ ਸਨ। ਖਾਲਸੇ ਨੇ ਇੱਕਦਮ ਆਣ ਕੇ ਉਸ ਜਗ੍ਹਾ ਦੇ ਉੱਤੇ ਕਾਫਲੇ ਦੇ ਵਿੱਚ ਹਮਲਾ ਕੀਤਾ ਜਿੱਥੇ ਲੜਕੀਆਂ ਬੰਨ੍ਹ ਕੇ ਜਾ ਰਹੀਆਂ ਸਨ। ਕੋਈ ਸਿਪਾਹੀਆਂ ਨੂੰ ਮਾਰ ਕੇ ਜਿਹੜੇ ਉਹਨਾਂ ਦੀ ਰਾਖੀ ਉੱਤੇ ਸਨ, ਉਹਨਾਂ ਕੁੜੀਆਂ ਨੂੰ, ਉਹਨਾਂ ਬੱਚੀਆਂ ਨੂੰ ਉੱਥੋਂ ਛੁਡਾ ਲਿਆ ਗਿਆ ਔਰ ਉਹਦੇ ਨਾਲ ਲਗਵੇਂ ਕੁਝ ਐਸੇ ਗੱਡੇ ਸਨ ਜਿਨ੍ਹਾਂ ਵਿੱਚ ਮਰੱਠਿਆਂ ਤੋਂ ਖੋਏ ਹੋਏ ਸ਼ਸਤਰ ਸਨ, ਕੁਝ ਅਬਦਾਲੀ ਦੇ ਆਪਦੇ ਸ਼ਸਤਰ ਸਨ ਔਰ ਕੁਝ ਅਸਲਾ ਬਰੂਦ ਵੀ ਸੀ ਜਿਹੜਾ ਉਹ ਇੱਥੇ ਇੱਕ ਲਾਗੇ ਗੱਡਿਆਂ ਤੇ ਸੀ। ਕੁਝ ਅਸਲਾ ਬਰੂਦ, ਕੁਝ ਸ਼ਸਤਰਾਂ ਦੇ ਤਾਂਗੇ, ਘੋੜੇ ਤੇ ਗੱਡੇ, ਤੇ ਇਹ ਬੱਚੀਆਂ ਛੁਡਾ ਕੇ ਖਾਲਸਾ ਅੱਗੇ ਨੂੰ ਨਿਕਲ ਗਿਆ ਤੇ ਕਾਫਲਾ ਉਸੇ ਰਸਤੇ ਉਹਦਾ ਚੱਲਦਾ ਤੁਰਿਆ ਗਿਆ। ਅਹਿਮਦ ਸ਼ਾਹ ਅਬਦਾਲੀ ਜਦੋਂ ਲਾਹੌਰ ਪਹੁੰਚਿਆ, ਲਾਹੌਰ ਪਹੁੰਚ ਕੇ ਜਦੋਂ ਸ਼ਾਮ ਨੂੰ ਸਾਰੇ ਇਕੱਠੇ ਹੋਏ, ਉਸਨੇ ਆਪਦੇ ਸਾਰੇ ਅਹਿਲਕਾਰਾਂ ਨੂੰ ਪੁੱਛਿਆ, ਕਿਉਂ ਬਈ ਸਾਰੇ ਦਾ ਸਾਰਾ ਲੁੱਟ ਦਾ ਸਮਾਨ ਸਹੀ ਸਲਾਮਤ ਪਹੁੰਚ ਗਿਆ ਹੈ? ਉੱਥੇ ਕੁਛ ਸਰਦਾਰਾਂ ਨੇ ਉੱਠ ਕੇ ਇਹ ਗੱਲ ਕਹੀ ਕਿ ਜਾਮਪਨਾ ਗੋਇੰਦਵਾਲ ਦੇ ਪੱਤਨ ਤੋਂ ਪਾਰ ਕਰਨ ਵੇਲੇ ਸਿੰਘਾਂ ਦੇ ਇੱਕ ਦਸਤੇ ਨੇ ਆ ਕੇ ਸਾਡੇ ਤੇ ਹਮਲਾ ਕੀਤਾ। ਉਹ ਜਿਹੜੀਆਂ ਲੜਕੀਆਂ ਸੀ ਬੰਨੀਆਂ ਸਨ, ਬੰਦੀ ਬਣਾਈਆਂ ਸਨ 2200, ਇੱਕ ਤਾਂ ਉਹਨਾਂ ਨੇ ਉਹ ਛੁਡਵਾ ਲਈਆਂ, ਇੱਕ ਕੁਛ ਅਸਲਾ ਬਰੂਦ ਤੇ ਸ਼ਸਤਰ ਤੇ ਕੁਛ ਘੋੜੇ ਖੋ ਕੇ ਸਾਡੇ ਕੋਲ ਉਹ ਦੌੜ ਗਏ। ਇਤਿਹਾਸਕਾਰ ਲਿਖਦੇ ਨੇ ਕਿ ਅਹਿਮਦ ਸ਼ਾਹ ਅਬਦਾਲੀ ਨੂੰ ਸੱਤੀ ਕੱਪੜੀ ਅੱਗ ਲੱਗ ਉੱਠੀ, ਉਹਦੀ ਅੱਖਾਂ ਚੋਂ ਖੂਨ ਉਤਰ ਆਇਆ, ਆਪਦੀ ਤਲਵਾਰ ਨੂੰ ਬੇਮਿਆਨ ਕਰਕੇ ਕਹਿੰਦਾ, ਓਏ ਕਿਹਦੀ ਹਿੰਮਤ ਹੈ ਜਿਹਨੇ ਅਹਿਮਦ ਸ਼ਾਹ ਅਬਦਾਲੀ ਦੇ ਕਾਫਲੇ ਤੇ ਹਮਲਾ ਕਰ ਦਿੱਤਾ? ਉਹ ਮੈਨੂੰ ਜਾਣਦਾ ਨਹੀਂ, ਉਹ ਮੇਰੇ ਤੋਂ ਨਾਵਾਕਫ ਹੈ, ਉਹਨੂੰ ਨਹੀਂ ਪਤਾ ਕਿ ਅਹਿਮਦ ਸ਼ਾਹ ਅਬਦਾਲੀ ਇੱਕ ਤੂਫਾਨ ਦਾ ਨਾਮ ਹੈ। ਮੈਂ ਜਿਸ ਮੁਲਕ ਉੱਤੇ ਹਮਲਾ ਕਰਦਾ ਹਾਂ ਉੱਥੇ ਪਰਲੋ ਆ ਜਾਂਦੀ ਹੈ। ਪੂਰੀ ਏਸ਼ੀਆ ਦੇ ਵਿੱਚ ਵਸਣ ਵਾਲੇ ਲੋਕ ਮੇਰੇ ਨਾਂ ਤੋਂ ਪੱਤੇ ਦੀ ਤਰ੍ਹਾਂ ਥਰ-ਥਰ ਕੰਬਦੇ ਨੇ। ਇਹ ਕਿਹੜੀ ਜੁਝਾਰੂ ਕੌਮ ਉੱਠ ਪਈ ਜਿਹਨੇ ਅਹਿਮਦ ਸ਼ਾਹ ਅਬਦਾਲੀ ਦੇ ਕਾਫਲੇ ਤੇ ਹਮਲਾ ਹੀ ਨਹੀਂ ਕੀਤਾ, ਸਾਡੇ ਲੁੱਟ ਦੇ ਮਾਲ ਨੂੰ ਵੀ ਲੁੱਟ ਕੇ ਲੈ ਗਏ। ਉਹਨੇ ਲਾਹੌਰ ਦੇ ਸੂਬੇਦਾਰ ਨੂੰ ਸੱਦ ਕੇ ਪੁੱਛਿਆ, ਇਹ ਕੌਣ ਲੋਕ ਨੇ? ਲਾਹੌਰ ਦੇ ਸੂਬੇਦਾਰ ਨੇ ਦੱਸਿਆ
ਕਿ ਇਹ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਸਾਜਿਆ ਹੋਇਆ ਖਾਲਸਾ ਹੈ। ਇਹ ਅਕਸਰ ਗਰੀਬਾਂ ਦੀ, ਮਜ਼ਲੂਮਾਂ ਦੀ ਮਦਦ ਕਰਦਾ ਹੈ ਤੇ ਵੱਡੀ ਤੋਂ ਵੱਡੀ ਸਰਕਾਰ ਨਾਲ ਟੱਕਰ ਲੈਣ ਤੋਂ ਵੀ ਡਰਦਾ ਨਹੀਂ। ਇਹ ਉਹਨਾਂ ਗਰੀਬਾਂ ਨੂੰ ਬਹੁਤ ਸਹਾਇਕ ਨੇ, ਇਸ ਕਰਕੇ ਬੜੀ ਵੱਡੀ ਗਿਣਤੀ ਵਿੱਚ ਗਰੀਬ ਜਨਤਾ ਧੜਾਧੜ ਸਿੱਖ ਬਣਦੀ ਤੁਰੀ ਜਾ ਰਹੀ ਹੈ। ਔਰ ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਲੋਕ ਜਦੋਂ ਬਹੁਤ ਵੱਡੀ ਗਿਣਤੀ 'ਚ ਬਣ ਜਾਣਗੇ ਤੇ ਸਾਡੇ ਵਾਸਤੇ ਇਹ ਮੁਸ਼ਕਲ ਪੈਦਾ ਹੋ ਸਕਦੀ ਹੈ। ਇਸ ਬਗਾਵਤ ਨੂੰ ਹੁਣੇ ਦਬਾ ਲੈਣਾ ਚਾਹੀਦਾ ਹੈ। ਇਹ ਸਾਡੇ ਤੇ ਵੱਸੋਂ ਬਾਹਰ ਨੇ, ਇਹ ਹੋ ਸਕਦਾ ਹੈ ਤੇ ਇਹ ਜਾਮਪਨਾ ਤੁਸੀਂ ਇਹਨਾਂ ਦਾ ਕੋਈ ਇਲਾਜ ਕਰ ਸਕੋ। ਅਹਿਮਦ ਸ਼ਾਹ ਅਬਦਾਲੀ ਨੇ ਸੋਚਿਆ ਵੀ ਗੱਲ ਤਾਂ ਠੀਕ ਹੈ, ਹੁਣੇ ਤੇ ਮਰਾਠੇ ਖਤਮ ਕੀਤੇ ਸੀ, ਉਹ ਅੜਚਨ ਬਣਦੇ ਸੀ ਹਿੰਦੁਸਤਾਨ 'ਚ ਮੇਰੇ ਹਮਲਿਆਂ ਦਾ। ਹੁਣ ਇੱਕ ਹੋਰ ਕੌਮ ਆ ਗਈ ਹੈ, ਕੋਈ ਗੱਲ ਨਹੀਂ, ਅਗਲਾ ਹਮਲਾ ਇਹਨਾਂ ਤੇ ਵੀ ਵੇਖ ਲਵਾਂਗੇ। ਉਹਨੇ ਆਪਦੇ ਕੁਛ ਜਰਨੈਲਾਂ ਨੂੰ, ਅਹਿਲਕਾਰਾਂ ਨੂੰ ਬਣਾਇਆ, ਉਹਨਾਂ ਨਾਲ ਸਲਾਹ ਮਸ਼ਵਰਾ ਕੀਤਾ ਤੇ ਇਹ ਤੈਅ ਹੋ ਗਿਆ ਕਿ ਅਗਲਾ ਭਾਰਤ ਉੱਤੇ ਜਿਹੜਾ ਹਮਲਾ ਹੋਵੇਗਾ ਉਹ ਭਾਰਤ ਵਿੱਚ, ਜਿਵੇਂ ਹੁਣ ਆਪਾਂ ਮਰਾਠਾ ਸ਼ਕਤੀ ਖਤਮ ਕਰਕੇ ਜਾ ਰਹੇ ਹਾਂ, ਅਗਲੇ ਹਮਲੇ ਵਿੱਚ ਇਹ ਜਿਹੜੀ ਸਿੱਖ ਸ਼ਕਤੀ ਹੈ ਇਹਨਾਂ ਨੂੰ ਬਿਲਕੁਲ ਜੜ ਤੋਂ ਖਤਮ ਕਰ ਦਿਆਂਗੇ। ਭਾਰਤ ਵਿੱਚ ਕੋਈ ਸਿੱਖ ਦਾ ਨਾਮੋ ਨਿਸ਼ਾਨ ਨਹੀਂ ਬਚੇਗਾ। ਅਜੇ ਮਰਾਠੇ ਤੇ ਬਹੁਤ ਸਾਰੇ ਬਚ ਗਏ ਨੇ, ਲੇਕਿਨ ਇਹਨਾਂ ਦੀਆਂ ਔਰਤਾਂ, ਬੀਬੀਆਂ, ਬੱਚੇ, ਬਜ਼ੁਰਗ ਸਭ ਨੂੰ ਤਲਵਾਰ ਦੀ ਧਾਰ ਉਤਾਰ ਦਿੱਤਾ ਜਾਏਗਾ। ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਖਾਲਸਾ ਪੰਥ ਬਣਾਇਆ ਸੀ ਨਾ, ਅਹਿਮਦ ਸ਼ਾਹ ਅਬਦਾਲੀ ਉਸ ਪੰਥ ਦਾ ਸਮਾਪਤੀ ਕਰੇਗਾ। ਇਹ ਇੱਕ ਨਵਾਂ ਇਤਿਹਾਸ ਰਚਿਆ ਜਾਏਗਾ। ਇਹ ਫੈਸਲਾ ਕਰਕੇ ਅਬਦਾਲੀ ਵਾਪਸ ਚਲਾ ਗਿਆ। ਜਾਂਦਿਆਂ ਨਾਲ ਹੀ ਉਹਨੇ ਅਗਲੇ ਯੁੱਧ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ। ਅਹਿਮਦ ਸ਼ਾਹ ਅਬਦਾਲੀ ਦੀ ਇਹ ਖਾਸੀਅਤ ਸੀ ਕਿ ਇੱਕ ਜੰਗ ਨੂੰ ਜਿੱਤਣ ਤੋਂ ਬਾਅਦ ਉਹ ਦੂਸਰੇ ਜੰਗ ਦੀ ਤਿਆਰੀ ਤੁਰੰਤ ਕਰ ਦਿੰਦਾ ਸੀ। ਲਗਭਗ ਸਾਲ, 1.5 ਸਾਲ ਤੱਕ ਚੰਗੀ ਤਰ੍ਹਾਂ ਤਿਆਰੀ ਕਰਕੇ ਫਿਰ ਦੁਬਾਰਾ ਉਹ ਦੂਜੇ ਹਮਲੇ ਲਈ ਤਿਆਰ ਹੋ ਕੇ ਹਮਲਾ ਕਰਦਾ ਸੀ ਔਰ ਉਹਦੇ ਵਿੱਚ ਉਹ ਸਫਲਤਾ ਲੈਂਦਾ ਸੀ। ਏਡੀ ਲੰਮੀ ਚੌੜੀ ਤਿਆਰੀ ਵਿੱਚ ਹਰ ਪਹਿਲੂ ਨੂੰ, ਹਰ ਪੱਖ ਨੂੰ ਪੂਰੀ ਤਰ੍ਹਾਂ ਪਰਫੈਕਟ ਕਰ ਲਿਆ ਜਾਂਦਾ ਸੀ। ਭਾਵੇਂ ਉਹ ਸ਼ਸਤਰ ਹੋਣ ਨਵੇਂ ਲੈਣੇ ਪੈਣ, ਚਾਹੇ ਉਹ ਜਾਨਵਰ ਨਵੇਂ ਲੈਣੇ ਪੈਣ, ਚਾਹੇ ਨਵੇਂ ਨੌਜਵਾਨ ਮੁੰਡਿਆਂ ਦੀ ਭਰਤੀ ਲੈਣੀ ਪਵੇ, ਉਹਨਾਂ ਨੂੰ ਟ੍ਰੇਨ ਕਰਨਾ ਪਵੇ, ਹਰ ਪੱਖ ਤੋਂ ਆਪਦੀ ਫੌਜ ਨੂੰ ਦੁਬਾਰਾ ਨਵਾਂ ਜੀਵਨ ਦੇ ਕੇ ਫਿਰ ਅਗਲੇ ਹਮਲੇ ਦੀ ਤਿਆਰੀ ਕਰਦਾ ਸੀ। ਇਹ ਉਹਦੀ ਆਪਣੀ ਇੱਕ ਖਾਸੀਅਤ ਸੀ, ਇਹ ਉਹਦਾ ਕੰਮ ਕਰਨ ਦਾ ਇੱਕ ਤਰੀਕਾ ਸੀ। ਅਗਲੇ ਸਾਲ ਤੱਕ ਤਿਆਰੀ ਕਰਕੇ ਅਹਿਮਦ ਸ਼ਾਹ ਅਬਦਾਲੀ ਨੇ ਦੁਬਾਰਾ ਭਾਰਤ ਉੱਤੇ ਹਮਲਾ ਕਰ ਦਿੱਤਾ। ਜਾਣ ਤੋਂ ਪਹਿਲਾਂ ਉਹ ਪੰਜਾਬ ਦੇ ਸਾਰੀ ਕਿਲਾਬੰਦੀ ਕਰਕੇ ਗਿਆ। ਉਹਨੇ ਪੰਜਾਬ ਦੇ ਪੁਰਾਣੇ ਸਾਰੇ ਸੂਬੇਦਾਰ ਬਦਲ ਕੇ ਆਪਦੀ ਮਰਜ਼ੀ ਦੇ ਕੋਈ ਸਖਤ ਤਬੀਅਤ ਸੂਬੇਦਾਰ ਲਾਏ, ਜਿਨ੍ਹਾਂ ਵਿੱਚ ਸੂਬੇਦਾਰ ਜੈਨ ਖਾਂ ਸਰਹੰਦ, ਭੀਖਨ ਖਾਨ ਮਲੇਰਕੋਟਲਾ, ਲਾਹੌਰ ਦਾ ਸੂਬੇਦਾਰ, ਮੁਲਤਾਨ ਦਾ ਸੂਬੇਦਾਰ, ਇਹ ਸਾਰੇ ਉਹਨਾਂ ਨੇ ਆਪਦੀ ਮਰਜ਼ੀ ਦੇ ਸੂਬੇਦਾਰ ਨਿਯੁਕਤ ਕੀਤੇ ਤੇ ਵਾਪਸ ਚਲੇ ਗਏ। ਸਾਲ ਬਾਅਦ ਤਿਆਰੀ ਕਰਕੇ ਜਦੋਂ ਆਇਆ, ਉਹ ਆ ਰਿਹਾ ਸੀ ਤੇ ਉਹਨੇ ਆਉਣ ਤੋਂ ਪਹਿਲਾਂ ਪੰਜਾਬ ਵਿੱਚ ਇਹ ਖਬਰ ਫੈਲਾ ਦਿੱਤੀ ਕਿ ਅਹਿਮਦ ਸ਼ਾਹ ਅਬਦਾਲੀ ਸਿੱਖਾਂ ਉੱਤੇ ਹਮਲਾ ਹੋਣ ਲਈ ਆ ਰਿਹਾ ਹੈ। ਇਹ ਉਹ ਆਪ ਫੈਲਾਉਂਦਾ ਸੀ। ਜਦੋਂ ਇਹ ਗੱਲ ਸਿੱਖਾਂ ਤੱਕ ਪਹੁੰਚੀ ਤਾਂ ਸਿੰਘਾਂ ਨੇ ਵੀ ਜਾ ਕੇ ਦੀਵਾਲੀ ਦੇ ਮੌਕੇ ਹਰਿਮੰਦਰ ਸਾਹਿਬ ਵਿੱਚ ਇਕੱਠੇ ਹੋ ਕੇ ਸਰਬੱਤ ਖਾਲਸਾ ਕਰਕੇ ਅਬਦਾਲੀ ਨੂੰ ਮੂੰਹ ਤੋੜ ਜਵਾਬ ਦੇਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ। ਉਹਨਾਂ ਨੇ ਗੁਰਮਤਾ ਕੀਤਾ ਕਿ ਉਸਨਾਂ ਨੇ ਕਿ ਜੇ ਅਬਦਾਲੀ ਨੂੰ ਪਛਾੜਨਾ ਹੈ ਤੇ ਸਾਨੂੰ ਬਾਲ ਬੱਚਾ, ਬਜ਼ੁਰਗ, ਵਹੀਰ ਨੂੰ ਕਿਸੇ ਜਗ੍ਹਾ ਸੁਰੱਖਿਅਤ ਥਾਂ ਤੇ ਪਹੁੰਚਾ ਦੇਣਾ ਚਾਹੀਦਾ ਹੈ। ਫਿਰ ਅਬਦਾਲੀ ਆਏ ਨੂੰ 2-2 ਹੱਥ ਕਰਕੇ ਵੇਖ ਲਾਂਗੇ, ਅਬਦਾਲੀ ਨੂੰ ਵੀ ਪਤਾ ਲੱਗ ਜਾਏਗਾ ਕਿ ਖਾਲਸਾ ਕਿਸ ਮਿੱਟੀ ਦਾ ਬਣਿਆ ਹੋਇਆ। ਇਹ ਵਿਚਾਰਾਂ ਕਰਕੇ
अजे बैठे ही सन कि खबर आ गई कि अहमद शाह अब्दाली दर्रा खैबर टप के पेशावर पहुंच चुका है। बड़ी तेजी नाल पेशकदमी दे नाल खालसे ने पिंडां दे विचों आपदे परिवार बच्चे ਕੱਢੇ, ਗੱਡਿਆਂ ਤੇ ਬਾਏ ਤੇ ਘਰਾਂ ਨੂੰ ਜੰਦਰੇ ਮਾਰ ਕੇ ਇੱਕਦਮ ਅੱਗੇ ਨੂੰ ਚਾਲੇ ਪਾਤੇ। ਖਾਲਸਾ ਇਕੱਠਾ ਹੋ ਕੇ ਜੰਡਿਆਲੇ ਦੇ ਲਾਗੇ ਪਹੁੰਚਿਆ। ਜੰਡਿਆਲੇ ਤੋਂ ਅੱਗੇ ਉਹਨਾਂ ਨੇ ਗੋਇੰਦਵਾਲ ਦਾ ਪੱਤਨ ਪਾਰ ਕੀਤਾ। ਮਾਝੇ ਨੂੰ ਪਾਰ ਕਰਕੇ ਉਹ ਦੁਆਬੇ 'ਚ ਪਹੁੰਚੇ। ਦੁਆਬੇ ਤੋਂ ਗਾਂਹ ਅੱਗੇ ਉਹ ਮਾਲਵੇ 'ਚ ਜਾਣ ਦੀ ਤਿਆਰੀ ਸਨ ਤੇ ਮਾਲਵੇ 'ਚ ਪਹੁੰਚ ਕੇ ਉਹ ਲੱਖੀ ਜੰਗਲ ਵਿੱਚ ਕੁਝ ਲੋਕਾਂ ਨੂੰ ਕੁਝ ਪਹਾੜੀ ਇਲਾਕਿਆਂ ਵਿੱਚ ਕੁਝ ਰਾਜਸਥਾਨ ਦੇ ਉਹਨਾਂ ਦੂਰ ਦੇ ਇਲਾਕਿਆਂ ਵਿੱਚ ਆਪਦੇ ਪਰਿਵਾਰ ਨੂੰ ਸੁਰੱਖਿਅਤ ਤਰੀਕੇ ਨਾਲ ਭੇਜਣਾ ਚਾਹੁੰਦੇ ਸਨ। ਜਿਵੇਂ ਜਿਵੇਂ ਮਿਸਲਾਂ ਦੇ ਵਿੱਚ ਫੈਸਲੇ ਹੋਏ ਉਹਦੇ ਮੁਤਾਬਕ ਸਾਰੀ ਸਿੱਖ ਕੌਮ ਉਸ ਵੇਲੇ ਇਕੱਤਰ ਕਰ ਲਈ ਗਈ। ਇਕੱਠੀ ਕੀਤੀ ਸਿੱਖ ਕੌਮ ਜਦੋਂ ਇਹ ਇੱਥੋਂ ਤੁਰੀ ਤੇ ਜੰਡਿਆਲੇ ਲਾਗੋਂ ਤੁਰੇ ਤੇ ਜੰਡਿਆਲੇ ਦਾ ਉਸ ਵੇਲੇ ਦਾ ਮਹੰਤ ਅਕਲਦਾਸ ਇਹ ਅਹਿਮਦ ਸ਼ਾਹ ਅਬਦਾਲੀ ਦੇ ਨੇੜਦਿਆਂ ਸਾਥੀਆਂ ਵਿੱਚੋਂ ਸੀ ਤੇ ਇਹ ਅਹਿਮਦ ਸ਼ਾਹ ਨੇ ਇਹਨੂੰ ਪੰਜਾਬ ਦੀ ਉਹਦੇ ਲਾਏ ਹੋਏ ਜਿੰਨੇ ਉਹਦੇ ਸੂਬੇਦਾਰ ਸੀ ਉਹਨਾਂ ਦੀ ਖੁਫੀਆ ਰਿਪੋਰਟ, ਪੰਜਾਬ ਵਿੱਚ ਵਸਣ ਵਾਲੀ ਵਸੋਂ ਦੀ ਖੁਫੀਆ ਰਿਪੋਰਟ, ਉਹਨਾਂ ਲੋਕਾਂ ਦੇ ਕੋਲ ਕੀ ਧਨ ਦੌਲਤ ਇਕੱਠਾ ਹੋ ਚੁੱਕਾ ਹੈ ਉਹਦੀ ਸਾਰੀ ਇਨਫੋਰਮੇਸ਼ਨ ਲੈਣ ਲਈ ਇਹਨੂੰ ਥਾਪਿਆ ਹੋਇਆ ਸੀ। ਇਹ ਖੁਫੀਆ ਤੌਰ 'ਤੇ ਉਹਨੂੰ ਰਿਪੋਰਟ ਭੇਜਦਾ ਹੁੰਦਾ ਸੀ। ਇੱਕ ਦੋ ਇਹਨੂੰ ਉਹ ਤੇਜ਼ ਰਫ਼ਤਾਰ ਸਾਂਢਣੀਆਂ ਦੇ ਕੇ ਗਿਆ ਸੀ ਜਿਨ੍ਹਾਂ ਰਾਹੀਂ ਇਹ ਬੜੀ ਛੇਤੀ ਤੇ ਤੇਜ਼ੀ ਦੇ ਨਾਲ ਡਾਕ ਜਿਹੜੀ ਸੀ ਉਹ ਉਹਨਾਂ ਨੂੰ ਪਹੁੰਚਾਉਂਦਾ ਸੀ। ਸਾਂਢਣੀ ਉਹ ਊਠਣੀ ਹੁੰਦੀ ਹੈ ਜਿਹਦੇ ਤੋਂ ਬੱਚੇ ਨਹੀਂ ਲੈ ਜਾਂਦੇ ਔਰ ਇਹ ਬੜੀ ਤੇਜ਼ ਰਫ਼ਤਾਰ ਦੌੜਦੀ ਹੈ। ਇਹ ਲਗਭਗ ਇਤਿਹਾਸਕਾਰਾਂ ਦੇ ਕਹਿ ਮੁਤਾਬਕ ਇਹਦੀ ਰਫ਼ਤਾਰ ਜਿਹੜੀ ਹੈ 70 ਕਿਲੋਮੀਟਰ ਪਰ ਦਿਵਸ ਹੁੰਦੀ ਹੈ। ਇੱਕ ਦਿਨ 'ਚ 70 ਕਿਲੋਮੀਟਰ ਤੱਕ ਇਹ ਪੈਂਡਾ ਕਰ ਜਾਂਦੀ ਹੈ, ਦੌੜ ਕੇ ਜਾਂਦੀ ਹੈ। ਮਾੜਾ ਸਵਾਰ ਤੇ ਸਵਾਰੀ ਨਹੀਂ ਕਰ ਸਕਦਾ। ਹੁਣ ਇਹਨੂੰ ਤੇਜ਼ ਰਫ਼ਤਾਰ ਸਾਂਢਣੀ ਕਿਹਾ ਜਾਂਦਾ ਹੈ। ਉਹਨੇ ਤੇਜ਼ ਰਫ਼ਤਾਰ ਸਾਂਢਣੀ ਰਾਹੀਂ ਇਹ ਇਨਫੋਰਮੇਸ਼ਨ ਅਬਦਾਲੀ ਨੂੰ ਪਸ਼ਾਵਰ ਭੇਜੀ ਕਿ ਖਾਲਸਾ ਇਕੱਠਾ ਹੋ ਕੇ ਗੋਇੰਦਵਾਲ ਦਾ ਪੱਤਨ ਪਾਰ ਕਰ ਰਿਹਾ ਹੈ। ਬੜੀ ਤੇਜ਼ੀ ਦੇ ਨਾਲ ਅਬਦਾਲੀ ਪਹਿਲਾਂ ਲਾਹੌਰ ਪਹੁੰਚਾ। ਲਾਹੌਰ ਪਹੁੰਚ ਕੇ ਫਿਰ ਉਹ ਅਕਲਦਾਸ ਮਹੰਤ ਦੇ ਕੋਲ ਜੰਡਿਆਲੇ ਆ ਗਿਆ। ਇੱਥੇ ਬਹਿ ਕੇ ਪਤਾ ਲੱਗਾ ਕਿ ਗੋਇੰਦਵਾਲ ਦਾ ਪੱਤਨ ਉਹ ਪਾਰ ਕਰਕੇ ਨੇ। ਇੱਥੇ ਹੀ ਉਹਨੂੰ ਖਬਰ ਮਿਲੀ ਕਿ ਲਾਹੌਰ ਇਹ ਖਬਰ ਆ ਗਈ ਹੈ ਮਲੇਰਕੋਟ ਦੇ ਨਵਾਬ ਭੀਖਨ ਖਾਨ ਵੱਲੋਂ ਕਿ ਖਾਲਸਾ ਇੱਕ ਵੱਡਾ ਕਾਫਲਾ ਲੈ ਕੇ ਮਲੇਰਕੋਟਲੇ ਦੇ ਲਾਗੇ ਪਹੁੰਚ ਚੁੱਕਿਆ ਹੈ। ਹੁਣ ਇੱਥੋਂ ਦਰਿਆ ਸਤਲੁਜ ਬਿਆਸ ਨੂੰ ਪਾਰ ਕਰਕੇ ਖਾਲਸਾ ਮਲੇਰਕੋਟਲੇ ਪਹੁੰਚ ਗਿਆ ਹੈ। ਉਹਦੀ ਖਬਰ ਲਾਹੌਰ ਪਹੁੰਚ ਗਈ ਹੈ। ਲਾਹੌਰ ਤੋਂ ਖਬਰ ਇੱਕ ਤੇਜ਼ ਘੋੜਸਵਾਰ ਨੇ ਆ ਕੇ ਜੰਡਿਆਲੇ ਬੈਠੇ ਹੋਏ ਅਹਿਮਦ ਸ਼ਾਹ ਅਬਦਾਲੀ ਨੂੰ ਦਿੱਤੀ। ਅਹਿਮਦ ਸ਼ਾਹ ਅਬਦਾਲੀ ਨੇ ਇੱਥੋਂ ਹੀ ਉਸ ਡਾਕ ਲੈ ਕੇ ਆਏ ਬੰਦੇ ਨੂੰ ਕਹਿਤਾ ਕਿ ਨਵਾਬ ਭੀਖਨ ਖਾਨ ਨੂੰ ਕਹੋ ਕਿ ਉਹ ਨਵਾਬ ਜੈਨ ਖਾਂ ਤੇ ਕੁਝ ਹੋਰ ਜਰਨੈਲਾਂ ਨੂੰ ਨਾਲ ਲੈ ਕੇ ਇਹਨਾਂ ਸਿੱਖਾਂ ਨੂੰ ਅੱਗੋਂ ਵਧਣ ਨੂੰ ਰੋਕੇ, ਇਹਨਾਂ ਉੱਤੇ ਹਮਲਾ ਕਰ ਦੇਵੇ। ਮੈਂ ਛੇਤੀ ਤੋਂ ਛੇਤੀ ਜਿਹੜਾ ਹੈ ਉਹ ਮਲੇਰਕੋਟਲੇ ਪਹੁੰਚ ਰਿਹਾ। ਉਹੀ ਗੱਲ ਹੋਈ ਜਿਹਦਾ ਡਰ ਸੀ ਔਰ ਉਹ ਗੱਲ ਅੱਗੋਂ ਖਾਲਸੇ ਨੂੰ ਜਦੋਂ ਪਹੁੰਚੀ ਇਨਫੋਰਮੇਸ਼ਨ, ਨਵਾਬ ਜੈਨ ਖਾਂ ਸਰਹੰਦ ਉਹਨੇ ਆਪਦੇ ਸੈਨਾਪਤੀ ਪੰਡਿਤ ਲక్ష్ਮੀ ਨਾਰਾਇਣ ਰਾਹੀਂ ਅੱਗੋਂ ਰੁਕਿਆ ਔਰ ਇੱਧਰੋਂ ਭੀਖਨ ਖਾਂ ਨੇ ਖਾਲਸੇ ਨੂੰ ਉੱਥੇ ਵੜ ਕੇ ਉਹਨਾਂ ਉੱਤੇ ਅਚਨਚੇਤ ਇੱਕ ਜੰਗ ਸ਼ੁਰੂ ਕਰਤੀ। ਆਰਾਮ ਨਾਲ ਗੱਡਿਆਂ ਤੇ ਬਹਿ ਕੇ ਜਾ ਰਹੇ ਸਿੱਖ ਵਹੀਰ ਉੱਤੇ ਇੱਕਦਮ ਮੁਸੀਬਤ ਆਣ ਪਈ। ਉਹਨਾਂ ਉੱਤੇ ਅਚਨਚੇਤ ਇੱਕ ਹਮਲਾ ਸ਼ੁਰੂ ਹੋ ਗਿਆ ਔਰ ਅਹਿਮਦ ਸ਼ਾਹ ਅਬਦਾਲੀ ਨੇ ਕਹਿੰਦੇ ਨੇ ਕਿ ਇਬਾਦਤ ਕਰਕੇ, ਦੁਆ ਕਰਕੇ, ਨਮਾਜ਼ ਕਰਕੇ ਉਸ ਰੱਬ ਦਾ ਸ਼ੁਕਰੀਆ ਅਦਾ ਕੀਤਾ ਕਿ ਯਾ ਰੱਬ ਤੂੰ ਮੇਰੀ ਮਦਦ ਆਪ ਕਰ ਰਿਹਾ ਹੈ, ਕਿਉਂਕਿ ਜੇ ਮੈਨੂੰ ਕਿਤੇ ਇਹ ਸਿੱਖਾਂ ਨੂੰ
ਪੂਰੇ ਪੰਜਾਬ ਚੋਂ ਇਕੱਠੇ ਕਰਨਾ ਪੈਂਦਾ ਤੇ ਮੈਨੂੰ ਲੱਭਣੇ ਔਖੇ ਹੋ ਜਾਣੇ ਸੀ। ਇਹ ਤੂੰ ਮੇਰੇ ਤੇ ਕਿਰਪਾ ਫਰਮਾਈ ਹੈ ਕਿ ਇਹਨਾਂ ਸਾਰਿਆਂ ਨੂੰ ਆਪ ਹੀ ਇਕੱਠੇ ਕਰਤਾ ਹੈ ਤੇ ਇਕੱਠਿਆਂ ਹੋਇਆਂ ਨੂੰ ਮਾਰਨਾ ਮੈਨੂੰ ਬੜਾ ਸੌਖਾ ਹੋ ਜਾਏਗਾ। ਇਸ ਨੀਅਤ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਲਾਹੌਰ ਪਹੁੰਚਿਆ। ਉਹਨੇ ਆਪਦੀ ਫੌਜ ਨੂੰ ਲਾਹੌਰ ਤੋਂ ਇੱਕਦਮ ਤਿਆਰੀ ਕਰਕੇ ਮਲੇਰਕੋਟਲੇ ਪਹੁੰਚਣ ਲਈ ਕਿਹਾ। ਰਾਤ ਦਾ ਖਾਣਾ ਖਾ ਲੈਣ ਤੋਂ ਬਾਅਦ ਅਹਿਮਦ ਸ਼ਾਹ ਅਬਦਾਲੀ ਇੱਕਦਮ ਤਿਆਰੀ ਕੀਤੀ ਤੇ ਇਤਿਹਾਸਕਾਰ ਕਹਿੰਦੇ ਨੇ ਕਿ ਬੜਾ ਤੇਜ਼ ਬਦਲੀ ਆਈ ਤੇ ਬੜੇ ਜ਼ੋਰ ਨਾਲ ਮੀਂਹ ਸ਼ੁਰੂ ਹੋ ਗਿਆ। ਉਹਨਾਂ ਜ਼ਮਾਨਿਆਂ ਦੇ ਵਿੱਚ ਕੋਈ ਪੱਕੀਆਂ ਸੜਕਾਂ ਨਹੀਂ ਸਨ ਹੁੰਦੀਆਂ, ਬਿਲਕੁਲ ਕੱਚੇ ਰਸਤੇ ਹੋਇਆ ਕਰਦੇ ਸੀ ਤੇ ਘੋੜਿਆਂ ਤੇ ਗੱਡੀਆਂ ਤੇ ਬੈਲਾਂ ਤੇ ਇਹੀ ਉਦੋਂ ਸਾਧਨ ਸਨ ਤੇ ਬਿਲਕੁਲ ਹਨੇਰਾ ਸੀ। ਉਹਨਾਂ ਗੱਡੀਆਂ ਬੈਲਾਂ ਦੇ ਉੱਤੇ ਕੋਈ ਬਲਬ ਕੋਈ ਲਾਈਟ ਸਿਸਟਮ ਨਹੀਂ ਸੀ। ਲਾਲਟੈਨਾਂ ਨਾਲ ਮਾੜਾ ਮੋਟਾ ਗੁਜ਼ਾਰਾ ਕੀਤਾ ਜਾਂਦਾ ਸੀ, ਲੇਕਿਨ ਆਫਰੀਨ ਉਸ ਯੋਧੇ ਦੇ, ਕਿਉਂਕਿ ਇੱਥੇ ਉਹਦੀ ਬਹਾਦਰੀ ਦੀ ਦਾਦ ਦੇਣੀ ਪਏਗੀ, ਕਿਉਂਕਿ ਅਕਸਰ ਤਾਂ ਅਹਿਮਦ ਸ਼ਾਹ ਅਬਦਾਲੀ ਏਸ਼ੀਆ ਦਾ ਮਹਾਨ ਜੇਤੂ ਸੀ। ਰਾਤ ਦੇ ਹਨੇਰੇ ਦੇ ਵਿੱਚ ਵਰਦੇ ਮੀਂਹ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਸਭ ਤੋਂ ਪਹਿਲਾਂ ਘੋੜਾ ਅੱਗੇ ਲਾਇਆ ਤੇ 90,000 ਦੇ, ਕਿਸੇ ਨੇ 1,20,000 ਦੱਸਿਆ, ਕਿਸੇ ਨੇ 87,000 ਦੱਸਿਆ, ਲੇਕਿਨ 90,000 ਦੇ ਕਰੀਬ ਆਪਦੀ ਫੌਜ ਲੈ ਕੇ ਘੋੜੇ, ਹਾਥੀ, ਊਠ ਤੇ ਤੋਹਫਾ ਲੈ ਕੇ ਅਹਿਮਦ ਸ਼ਾਹ ਅਬਦਾਲੀ ਨੇ ਇੱਕਦਮ ਮਲੇਰਕੋਟਲੇ ਵੱਲ ਚਾਲੇ ਪਾ ਦਿੱਤੇ। ਪੂਰੀ ਰਾਤ ਮੀਂਹ ਵੀ ਵਰਦਾ ਰਿਹਾ ਤੇ ਪੂਰੀ ਰਾਤ ਅਹਿਮਦ ਸ਼ਾਹ ਅਬਦਾਲੀ ਪੂਰੀ ਜ਼ੋਰ ਨਾਲ ਤੇਜ਼ ਰਫ਼ਤਾਰ ਆਪਦੀ ਸਫ਼ਰ ਵੀ ਕਰਦਾ ਰਿਹਾ। ਔਰ ਇਤਿਹਾਸਕਾਰਾਂ ਦੇ ਕਹੇ ਮੁਤਾਬਕ ਦਿਨ ਦੇ ਚੜ੍ਹਾਅ ਨੂੰ ਅਹਿਮਦ ਸ਼ਾਹ ਅਬਦਾਲੀ ਮਲੇਰਕੋਟਲੇ ਪਹੁੰਚ ਗਿਆ। ਇਹ 90 ਕੋਹ ਦਾ ਸਫ਼ਰ ਰਾਤੋਂ ਰਾਤ ਘੋੜਿਆਂ ਉੱਤੇ ਬਹਿ ਕੇ ਕਰਕੇ ਉੱਥੇ ਪਹੁੰਚ ਜਾਣਾ, ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਕਰਾਮਾਤ ਸੀ। ਇੰਨਾ ਸਫ਼ਰ ਕਰ ਲੈਣਾ ਕੋਈ ਛੋਟੀ ਜਿਹੀ ਗੱਲ ਨਹੀਂ ਮੰਨੀ ਜਾਂਦੀ ਸੀ। ਏਡਾ ਯੋਧਾ ਸੀ ਅਹਿਮਦ ਸ਼ਾਹ ਅਬਦਾਲੀ ਤੇ ਇੰਨੇ ਸੂਰਬੀਰ ਸਨ ਉਹਦੇ ਨਾਲ ਦੇ ਸਿਪਾਹੀ, ਜਿਹੜੇ ਵੱਡੀਆਂ ਵੱਡੀਆਂ ਤੋਪਾਂ ਵੀ ਲੈ ਕੇ ਤੇ ਰਾਤੋਂ ਰਾਤ ਵਰਦੇ ਮੀਂਹ 'ਚ ਕੱਚਿਆਂ ਰਸਤਿਆਂ ਦੇ ਵਿੱਚ 90 ਕੋਹ ਦਾ ਫਾਸਲਾ ਤੈਅ ਕਰ ਗਏ। ਹੁਣ ਵਹੀਰ ਉੱਤੇ ਇਹਨਾਂ ਨੇ ਜ਼ਾਲਮਾਂ ਨੇ ਹਮਲਾ ਕੀਤਾ ਹੋਇਆ। ਤੇ ਦਿਨ ਦੇ ਚੜ੍ਹਾਅ ਨੂੰ ਅਹਿਮਦ ਸ਼ਾਹ ਅਬਦਾਲੀ ਵੀ ਆ ਪਿਆ। ਤੜਕਸਾਰ ਅਚਨਚੇਤ ਬੈਠਿਆ ਹੋਇਆ ਸਿੰਘਾਂ ਤੇ ਭੀਖਨ ਖਾਂ ਤੇ ਜੈਨ ਖਾਂ ਨੇ ਹਮਲਾ ਕਰਤਾ ਸੀ ਚੋਣਵੇਂ ਜਰਨੈਲ ਲੈ ਕੇ, ਲੇਕਿਨ ਹੁਣ ਉੱਥੇ ਅਹਿਮਦ ਸ਼ਾਹ ਅਬਦਾਲੀ ਵੀ ਪਹੁੰਚ ਗਿਆ। ਇਹ ਕੁੱਪ ਹਰੀਰੇ ਦੇ ਮੈਦਾਨ ਵਿੱਚ ਇਹ ਜੰਗਾਂ ਹੋ ਰਹੀਆਂ ਨੇ। ਅਹਿਮਦ ਸ਼ਾਹ ਅਬਦਾਲੀ ਪਹੁੰਚਿਆ, ਉਹਨੇ ਉੱਥੇ ਉਹ ਜਾਣ ਸਾਰ ਆਪਦੇ ਸਾਰੇ ਚੋਣਵੇਂ ਜਰਨੈਲ ਜਿਹੜੇ ਉਹਦੇ ਨਾਲ ਸਨ, ਦੂਜੇ ਪਾਸੇ ਭੀਖਨ ਖਾਂ, ਜੈਨ ਖਾਂ ਇਤਿਹਾਦਕ ਹੋਰ ਜਿਹੜੇ ਸੀ ਉਸ ਇਲਾਕੇ ਦੇ ਜਿਹੜੇ ਉਹਦੇ ਸੂਬੇਦਾਰ ਸੀ, ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਇੱਕ ਤਗੜੀ ਮੀਟਿੰਗ ਕੀਤੀ। ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਨੂੰ ਹੁਕਮ ਇਹ ਕੀਤਾ ਹੈ ਕਿ ਅਸੀਂ ਇਹ ਸਿੱਖ ਕੌਮ ਨੂੰ ਜੜ ਤੋਂ ਖਤਮ ਕਰਨਾ ਹੈ, ਇਹਨਾਂ ਦਾ ਖੁਰਾ ਖੋਜ ਮਿਟਾਉਣਾ ਹੈ। ਮੈਂ ਜਿੱਥੇ ਅਫਗਾਨਿਸਤਾਨ ਦੀ, ਕਾਬਲ, ਕੰਧਾਰ ਦੀ ਨਵੀਂ ਸੱਜਰ ਫੌਜ ਲੈ ਕੇ ਹੋਰ ਵੀ ਆਇਆ, ਮੈਂ ਉੱਥੇ ਧਰਮ ਯੁੱਧ ਦਾ, ਜਹਾਦ ਦਾ ਵਾਸਤਾ ਪਾ ਕੇ ਕੁਛ ਨੌਜਵਾਨ ਹੋਰ ਭਰਤੀ ਕੀਤੇ ਨੇ। ਮੈਂ ਈਰਾਨ
ਔਰ ਹੋਰ ਨਾਲ ਲੱਗਦੇ ਹਮਖਿਆਲ ਮੁਲਕਾਂ ਦੇ ਵਿੱਚੋਂ ਵੀ ਇਸ ਧਰਮ ਯੁੱਧ ਵਾਸਤੇ ਨਵੇਂ ਨੌਜਵਾਨਾਂ ਦੀ ਭਰਤੀ ਵੀ ਲਈ ਹੈ। ਮੈਂ ਕੁਝ ਕਵੀ, ਇਤਿਹਾਸਕਾਰ, ਉਹ ਲੋਕ ਵੀ ਨਾਲ ਲੈ ਕੇ ਆਇਆ ਜਿਨ੍ਹਾਂ ਲੋਕਾਂ ਨੇ ਅੱਜ ਇੱਕ ਨਵਾਂ ਇਤਿਹਾਸ ਲਿਖਣਾ ਇਸ ਲੜਾਈ ਦਾ ਕਿ ਗੁਰੂ ਗੋਬਿੰਦ ਸਿੰਘ ਦੇ ਸਾਜੇ ਹੋਏ ਖਾਲਸੇ ਨੂੰ ਅਹਿਮਦ ਸ਼ਾਹ ਅਬਦਾਲੀ ਦੇ ਇੱਕ ਇੱਕ ਕਰਕੇ ਇੱਥੇ ਵੱਢਿਆ ਤੇ ਦਾਮੋ ਨਿਸ਼ਾਨ ਖਤਮ ਕਰ ਦਿੱਤਾ। ਇਹ ਚੀਜ਼ਾਂ ਜਦੋਂ ਉਹਨਾਂ ਨੂੰ ਦੱਸੀਆਂ ਗਈਆਂ, ਨਾਲ ਫਿਰ ਐਕਟ ਉਹਨੂੰ ਕਹਿਣ ਲੱਗਾ ਕਿ ਤੁਸੀਂ ਇੱਥੇ ਕੋਈ ਲਿਹਾਜ਼ ਨਹੀਂ ਕਰਨਾ, ਚਾਹੇ ਔਰਤ ਆਵੇ, ਚਾਹੇ ਗਰਭਵਤੀ ਔਰਤ ਹੋਵੇ, ਚਾਹੇ ਬਜ਼ੁਰਗ ਹੋਵੇ, ਚਾਹੇ ਬੱਚਾ ਹੋਵੇ, ਇਹ ਨਹੀਂ ਵੇਖਣਾ ਕਿ ਇਹ ਸਾਡੀ ਇਸਲਾਮੀ ਸ਼ਰਅ ਦੇ ਉਲਟ ਹੈ। ਅੱਜ ਅਸੀਂ ਉਹ ਸਭ ਗੱਲਾਂ ਭੁੱਲ ਕੇ ਇੱਕ ਕੌਮ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਣਾ ਹੈ, ਇਸ ਕੌਮ ਨੂੰ ਧਰਤੀ ਤੋਂ ਇਹਦਾ ਨਾਮੋ ਨਿਸ਼ਾਨ ਮਿਟਾ ਦੇਣਾ ਹੈ। ਇਹ ਗੱਲਾਂ ਸਿੱਖ ਇਤਿਹਾਸਕਾਰ ਨਹੀਂ ਕਹਿੰਦੇ, ਇਹ ਉਹਦੇ ਨਾਲ ਈਰਾਨ ਦਾ ਇੱਕ ਪ੍ਰਸਿੱਧ ਇਤਿਹਾਸਕਾਰ ਆਇਆ ਜਿਹਦਾ ਨਾਂ ਹੈ ਤਹਿਮਾਜ਼ ਖਾਨ। ਉਹਨੇ ਇਸ ਲੜਾਈ ਦੇ ਉੱਤੇ ਕਿਤਾਬ ਲਿਖੀ ਹੈ ਤਹਿਮਾਜ਼ਨਾਮਾ। ਤਹਿਮਾਜ਼ਨਾਮੇ ਦੇ ਵਿੱਚ ਉਹਨੇ ਸਿੱਖਾਂ ਦਾ ਕਰੈਕਟਰ, ਸਿੱਖਾਂ ਦੀ ਬਹਾਦਰੀ, ਸਿੱਖਾਂ ਵੱਲੋਂ ਲੜੀ ਗਈ ਲੜਾਈ, ਸਿੱਖਾਂ ਦੇ ਉੱਤੇ ਹੋਏ ਗੈਰ ਮਨੁੱਖੀ ਕਤਲੇ-ਆਮ ਦਾ ਜ਼ਿਕਰ ਔਰ ਅਹਿਮਦ ਸ਼ਾਹ ਅਬਦਾਲੀ ਦੇ ਉੱਤੇ ਜੋ ਉਹਨੇ ਇੱਥੇ ਵਾਪਰਿਆ ਕੀਤਾ ਹੈ। ਹਾਲਾਂਕਿ ਦੁਨੀਆ ਦਾ ਉਹ ਆਪਣੇ ਆਪ ਨੂੰ ਜੇਤੂ ਜਰਨੈਲ ਮੰਨਦਾ ਸੀ, ਇੱਥੇ ਆ ਕੇ ਉਹਦੀ ਜਿਹੜੀ ਸੂਰਮਤਾਈ ਦਾ ਜਿਹੜਾ ਅਸਲੀ ਨਕਸ਼ਾ ਉਹਨੇ ਆਪਦੇ ਤਹਿਮਾਜ਼ਨਾਮੇ 'ਚ ਖਿੱਚਿਆ ਹੈ। ਉਹਨੇ ਉਹਨੂੰ ਬਿਲਕੁਲ ਡਾਊਨ ਕਰਕੇ ਰੱਖ ਦਿੱਤਾ ਹੈ ਕਿ ਜਰਨੈਲ ਦਾ ਕੰਮ ਹੈ ਜਰਨੈਲਾਂ ਨਾਲ ਲੜਨਾ, ਜਰਨੈਲ ਵੱਲੋਂ ਇਹ ਜਰਨੈਲਾਂ ਨੂੰ ਹੁਕਮ ਦੇਣਾ ਕਿ ਤੁਸੀਂ ਅਗਲੇ ਪਾਸਿਓਂ ਜਾਂਦੀ ਹੋਈ ਇਹਨਾਂ ਦੇ ਵਹੀਰ ਨੂੰ, ਬਾਲ ਬੱਚੇ ਤੇ ਬਜ਼ੁਰਗਾਂ ਦਾ ਅੰਨੇ ਵਕਤ ਲਿਆਮ ਕਰ ਦਿਓ ਤਾਂ ਕਿ ਇਹਨਾਂ ਨੂੰ ਕਮਜ਼ੋਰ ਕੀਤਾ ਜਾ ਸਕੇ। ਇਹ ਕਿਸੇ ਯੋਧੇ ਸੂਰਮੇ, ਕਿਸੇ ਬਲੀ ਦੀ ਯੁੱਧ ਨੀਤੀ ਨਹੀਂ ਹੋਇਆ ਕਰਦੀ, ਇਹ ਉਹਨਾਂ ਕਾਇਰਾਂ ਤੇ ਉਹਨਾਂ ਨਿਕੰਮੇ ਬੰਦਿਆਂ ਦੀ ਯੁੱਧ ਨੀਤੀ ਹੁੰਦੀ ਹੈ ਜੋ ਸੂਰਮਿਆਂ ਤਾਈਂ ਵਾਕੂ ਲੜਨਾ ਨਹੀਂ ਜਾਣਦੇ। ਇਹ ਤਹਿਮਾਜ਼ ਖਾਨ ਨੇ ਤਹਿਮਾਜ਼ਨਾਮੇ ਦੇ ਵਿੱਚ ਲਿਖਿਆ ਹੈ ਜੋ ਅਹਿਮਦ ਸ਼ਾਹ ਅਬਦਾਲੀ ਨੇ ਆਪ ਲਿਆਂਦਾ ਸੀ ਔਰ ਉਹ ਪ੍ਰਸਿੱਧ ਇਤਿਹਾਸਕਾਰ ਸੀ ਈਰਾਨ ਦਾ। ਉਹਨੂੰ ਲਿਆਂਦਾ ਸੀ ਨਾਲ ਕਿ ਤੂੰ ਮੇਰੇ ਨਾਲ ਚੱਲ, ਅੱਜ ਮੈਂ ਇੱਕ ਨਵਾਂ ਇਤਿਹਾਸ ਰਚਣਾ ਹੈ, ਮੈਂ ਇੱਕ ਕੌਮ ਨੂੰ ਇਸ ਦੁਨੀਆ ਤੋਂ ਖਤਮ ਕਰਨਾ ਹੈ। ਇਹ ਲਿਖਣਾ ਹੈ ਮੈਂ ਇਤਿਹਾਸ 'ਚ ਕਿ ਅਹਿਮਦ ਸ਼ਾਹ ਅਬਦਾਲੀ ਨੇ ਜਿੱਥੇ ਵੱਡੀਆਂ ਜਿੱਤਾਂ ਜਿੱਤੀਆਂ, ਉੱਥੇ ਉਹਨੇ ਕਈ ਕੌਮਾਂ ਨੂੰ ਵੀ ਦੁਨੀਆ ਦੇ ਉੱਤੋਂ ਅਲੋਪ ਕਰ ਦਿੱਤਾ। ਔਰ ਇਹ ਕੌਮ ਮਾੜੀ ਮੋਟੀ ਨਹੀਂ, ਇਹਨਾਂ ਨੂੰ ਪੈਦਾ ਕਰਨ ਵਾਲਾ ਇੱਕ ਬੜਾ ਸੂਰਬੀਰ ਯੋਧਾ, ਸੰਤ ਸਿਪਾਹੀ ਜਿਹੜਾ ਇਹ ਪੈਗੰਬਰ ਹੈ ਜਿਹਦੇ ਵੱਲੋਂ ਇਹ ਕੌਮ ਬਣਾਈ ਗਈ ਹੈ, ਮੈਂ ਉਸ ਕੌਮ ਨੂੰ ਖਤਮ ਕਰਨ ਜਾ ਰਿਹਾ। ਇੱਥੇ ਆ ਕੇ ਜਦੋਂ ਇਹ ਗੱਲ ਹੋਈ ਤੇ ਉਹਨੇ ਆਪਦੇ ਕੁਛ 94 ਉਹਨਾਂ ਜਰਨੈਲਾਂ ਨੂੰ ਭੀਖਨ ਖਾਂ ਤੇ ਉਹਦੇ ਅਗਲੇ ਪਾਸੇ ਭੇਜ ਦਿੱਤਾ ਹੈ, ਜਿਹਦੇ ਵਿੱਚ ਉਹਨਾਂ ਨੇ ਜਾ ਕੇ ਆਪਣਾ ਵਹੀਰ ਦਾ ਕਤਲੇਆਮ ਸ਼ੁਰੂ ਕਰ ਦਿੱਤਾ। ਅਹਿਮਦ ਸ਼ਾਹ ਅਬਦਾਲੀ ਦਾ ਇੱਕ ਬੰਨਿਆ ਜਰਨੈਲ ਮੁਰਤਜ਼ਾ ਖਾਨ ਵੜੈਚ ਤੇ ਕਾਬਲ ਖਾਨ, ਰਹਿਮਤੁल्ला ਖਾਨ, ਸਰਬੁਲੰਦ ਖਾਨ, ਇਸ ਤਰ੍ਹਾਂ ਦੇ ਕੁਝ ਜਰਨੈਲ ਸਨ ਜਿਨ੍ਹਾਂ ਨੇ ਅਗਲੇ ਪਾਸੋਂ ਜਦੋਂ ਵਹੀਰ ਤੇ ਹਮਲਾ ਬੋਲਿਆ, ਵਹੀਰ ਦਾ ਬਹੁਤ ਵੱਡਾ ਨੁਕਸਾਨ ਕੀਤਾ, ਕਤਲੇਆਮ ਹੋਇਆ। ਕੁਝ ਬੀਬੀਆਂ ਦੌੜ ਕੇ ਭੱਜ ਕੇ ਪੈਲੀਆਂ ਦੇ ਵਿੱਚ ਜਿਹੜੀ ਉਹ ਪਰਾਲੀ ਦੇ ਕੁੱਪ ਬੱਧੇ ਸੀ ਉਹਨਾਂ ਵਿੱਚ ਵੜ ਗਈਆਂ, ਬੱਚਿਆਂ ਨੂੰ ਨਾਲ ਲੈ ਕੇ। ਉਹਨਾਂ ਨੇ ਸਿਪਾਹੀਆਂ ਨੇ ਆਖਿਆ ਇਹਨਾਂ ਕੁੱਪਾਂ ਨੂੰ ਅੱਗ ਲਾ ਦਿੱਤੀ ਜਾਏ। ਜਦੋਂ ਉਹਨਾਂ ਵਿੱਚ ਉਹਨੂੰ ਅੱਗ ਲਾਈ ਗਈ, ਬਹੁਤ ਸਾਰੀਆਂ ਬੱਚੇ, ਬੀਬੀਆਂ, ਬਜ਼ੁਰਗ ਉਹਨਾਂ ਪਰਾਲੀ ਦੇ ਕਾਨਿਆਂ ਦੇ ਕੱਖਾਂ ਦੇ ਉਹਨਾਂ ਤੂੜੀ ਦੇ ਕੁੱਪਾਂ ਵਿੱਚ ਸੜ ਕੇ ਸੁਆਹ ਹੋ ਗਏ। ਬਹੁਤ ਸਾਰੇ ਤਲਵਾਰ ਦੀ ਭੇਟ ਚੜਾਏ ਗਏ ਔਰ ਇੱਥੋਂ ਤੱਕ ਕਿ ਜਿਹੜੀਆਂ ਗਰਭਵਤੀ ਬੀਬੀਆਂ ਸਨ ਉਹਨਾਂ ਦੇ
पेट विचों दी दुसर नेजे टपाए गए, क्योंकि अब्दाली दा हुक्म सी कि मैं सिखां नूं जन्म देण वाली मां ही नहीं रहण देनी, ये पैदा कित्थों होणगे। जदों ये कतलेआम सिख जरनैलां ने वेखिया, उन्हां दे खून नूं उबाल आ गया। सरदार जस्सा सिंह आलूवालिया ने सारे जरनैलां नूं सद के आख्या, खालसा जी हुण अपनी अपनी मिसल दी राखी करनी छड्ड के आपां एक साझा खालसा पंथ दी राखी करिए। मिसल वंड अब दिओ त्याग, सब रल मिल अब पंथ बचाओ, ये नारा लाया गया। तो खालसे ने सारी वहीर नूं विचकार खड़िया करके चुफेरे जिहड़े सूरमे जवान सन ना, उन्हां ने घेरा कत लिया। 50,000 दे विच बच्चे बजुर्ग पा के कोई 15-20 हज़ार बंदा सी ताजा सिपाही जो लड़ सकदा सी, बाकी बाल बच्चा सी। बाल बच्चे नूं विच घेरे च लैके जरनैलां ने एक गोल चक्कर बना लिया, जिहदे विच ओह घुम के लड़ना शुरू किया। उन्होंने फौजी जरनैल जिहड़े अहमद शाह अब्दाली ने अगे खड़े किए, उन्होंने जो उन्होंने मिठ भोड़ हुई, बड़ा जबरदस्त हमला अब्दाली ने लैके आपदे आलम खान ते आपदा जरनैल बख्शी जहान खान जो खालसे ते कीता, ते खालसे दे फौजी घुम के नाले लड़ते सन, नाले वहीर नूं लै के अगे वधदे तुरे जा रहे सन, क्योंकि ਉਹ ਘੁੰਮ ਕੇ ਲੜਦੇ ਸਨ। ਜਦੋਂ ਪਹਿਲੇ ਇੱਕ ਜਰਨੈਲ ਅੱਗੇ ਲੜਦਾ ਉਹ ਪਰਲੇ ਪਾਸੇ ਨੂੰ ਘੁੰਮ ਜਾਂਦਾ, ਉਨੀ ਨੂੰ ਅਗਲਾ ਜਰਨੈਲ ਅੱਗੋਂ ਆ ਜਾਂਦਾ, ਲੇਕਿਨ ਜਿਹੜੇ ਅਹਿਮਦ ਸ਼ਾਹ ਅਬਦਾਲੀ ਦੇ ਜਰਨੈਲ ਉਹੀ ਦੇ ਉਹੀ ਰਹਿੰਦੇ, ਉਹ ਹੰਭ ਗਏ ਤੇ ਖਾਲਸੇ ਦੇ ਜਰਨੈਲ ਘੁੰਮ ਕੇ ਲੜਦੇ ਵੇਖ ਕੇ ਅਹਿਮਦ ਸ਼ਾਹ ਅਬਦਾਲੀ ਹੈਰਾਨ ਹੋ ਗਿਆ। ਉਹ ਕਹਿੰਦਾ ਹੈ ਕਿ ਮੈਂ ਏਸ਼ੀਆ ਦਾ ਪ੍ਰਸਿੱਧ ਜਰਨੈਲ ਹਾਂ, मैं बड़िया युद्ध विद्या जानदा हाँ, लेकिन आ जिहड़ी युद्ध विद्या खालसे ने अज नवीं घुम के लड़न वाली विखाई है ना, ये मैं अज तक नहीं सी वेखी। कमाल हो गई, वो दंग रह गया। लड़दे लड़दे खालसे अगे वधदे गए, तकरीबन 2-3 कोह तक पैंडा इन्हां ने सफर अगे कर लिया। अगे पिंड गैल आ गया। खालसे नूं आस सी कि पिंड विच वहीर नूं सिर लकावे दी पनाह मिल जाएगी तो असी वेले होके फिर अब्दाली नूं निबड़ लवांगे, लेकिन पिंड वालियां ने डरदियां ने दरवाजे बंद कर लए ते उन्होंने अब्दाली तो लड़ाई मुड़ लेना पसंद ना किया। सिखां दी कोई मदद ना हुई, सिखां इसे तरह ही अपनी लड़ाई लड़ते लड़ते अगे टुरदे गए। बड़े जोर दे नाल अहमद शाह अब्दाली ने इस काफले दे उत्ते 6 हमले किए, पर वह नाकामयाब रहा। खालसे दा घुमदा होया घेरा वो तोड़ ना सकिया 6 हमलियां विच भी। आखिर वेखदियां सारियां जिहड़े घेरा सी, घेरे दे विच सारे जरनैल थोड़ी दूरी उत्ते तैनात सन। इन्हां सारियां जरनैलां दे उत्ते सिपा सलार सरदार जस्सा सिंह आलूवालिया, सुल्तानुल कौम और सरदार चरत सिंह शुकर चकिया जो महाराजा रणजीत सिंह दे दादा जी सन, ये दोवें जने इन्हां सारियां जरनैलां दे उत्ते आगू सन ते सारे जरनैल थोड़ी दूरी ते उस गोल चक्कर दे घेरे दे विच तैनात कीते होए सन, ਜਿਹੜੇ घुम के लड़ते सन। एक फारसी दे इतिहासकार ने लिखिया है कि जिवें कुकड़ी आपदे बच्चों नूं खंभां दे थल्ले लै के आप टुरदी ते बच्चे थल्ले लैके टोरदी है, ये उस तरह का कुछ दृश्य नजर आ रहा सी। एक होर पंजाबी दे इतिहासकार ने लिखिया है कि जिवें दंद मजबूत घेरा घत के जीभ दी रखिया करते ने, इवें ਸਿੰਘਾਂ ने ਬੰਦੇ ਨਾਲ ਬੰਦਾ ਜੋੜ ਕੇ ਇੱਕ ਮਨੁੱਖੀ ਦੀਵਾਰ ਬਣਾ ਕੇ ਗੋਲ ਚੱਕਰ ਦੇ ਵਿੱਚ ਆਪਦੇ ਵਹੀਰ ਦੀ ਜਿਹੜੀ ਰੱਖਿਆ ਕੀਤੀ ਹੈ, ਇਹ ਦੁਨੀਆ ਦੇ ਵਿੱਚ ਬੇਨਜ਼ੀਰ ਘਟਨਾ ਹੈ। ਇਹੋ ਜੀ ਯੁੱਧ ਨੀਤੀ ਅੱਜ ਤੱਕ ਕਦੇ ਨਹੀਂ ਵੇਖਣ ਨੂੰ ਮਿਲੀ, ਜਿਹੜੀ ਸਿੱਖਾਂ ਨੇ ਅਚਨਚੇਤ ਉੱਥੇ ਮੌਕੇ ਦੇ ਮੌਕੇ ਸ਼ੁਰੂ ਕਰ ਲਈ। ਸਿੱਖ ਇਹ ਵਿਦਿਆ ਲੈ ਕੇ ਕਿਤੋਂ ਪੜ੍ਹ ਕੇ ਨਹੀਂ ਆਏ ਸਨ, ਇਹ ਮੌਕੇ ਦੇ ਮੌਕੇ ਗੁਰੂ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਹਾਲਾਤਾਂ ਦੇ ਮੁਤਾਬਕ ਆਪਣੇ ਬੱਚਿਆਂ ਨੂੰ, ਬਾਲ ਬੱਚੇ ਨੂੰ ਬਚਾ ਲਿਆ।
6 ਹਮਲੇ ਕੀਤੇ, ਜਦੋਂ 6ਵਾਂ ਹਮਲਾ ਕੀਤਾ ਨਾ, ਰਹਿ ਕਰਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਚੜ੍ਹਤ ਸਿੰਘ ਨੇ 4094 ਜਵਾਨ ਲੈ ਕੇ ਅਹਿਮਦ ਸ਼ਾਹ ਅਬਦਾਲੀ ਉੱਤੇ ਇੱਕ ਕਹਿਰ ਦਾ ਹਮਲਾ ਕੀਤਾ। ਜਦੋਂ ਹਮਲਾ ਕੀਤਾ ਤੇ ਨਾਕਾਮ ਹੋ ਗਿਆ। ਦੂਜੀ ਵਾਰ ਫੇਰ ਕੀਤਾ। ਦੂਸਰੀ ਵਾਰ ਜਦੋਂ ਏਡੇ ਸਫਲ ਹੋਏ ਕਿ ਅਹਿਮਦ ਸ਼ਾਹ ਅਬਦਾਲੀ ਦੇ ਬਿਲਕੁਲ ਨੇੜੇ ਪਹੁੰਚ ਗਏ, ਉਹਨਾਂ ਨੇ ਬੜੇ ਜ਼ੋਰ ਨਾਲ ਵਾਰ ਕੀਤਾ। ਵਾਰ ਅਹਿਮਦ ਸ਼ਾਹ ਅਬਦਾਲੀ ਨੇ ਆਪ ਢਾਲ ਨਾਲ ਰੋਕ ਲਿਆ ਤੇ ਉਹਦੀ ਮਦਦ ਉੱਤੇ ਦੌੜ ਕੇ ਉਸੇ ਵੇਲੇ ਉਹਦਾ ਵੱਡਾ ਜਰਨੈਲ ਜਹਾਨ ਖਾਨ ਪਹੁੰਚ ਗਿਆ। ਜਹਾਨ ਖਾਨ ਦੀ ਕਮਾਂਡ ਥੱਲੇ ਉਸ ਵੇਲੇ 5000 ਸਿਪਾਹੀ ਸਨ। ਉਹਨਾਂ ਨੇ ਆ ਕੇ ਬੜੀ ਗਹਿ ਗਚ ਲੜਾਈ ਕੀਤੀ। ਇਹ ਉਹੀ ਜਹਾਨ ਖਾਨ ਹੈ ਜਿਸਨੂੰ ਬਖਸ਼ੀ ਜਹਾਨ ਖਾਨ ਕਰਕੇ ਇਤਿਹਾਸ 'ਚ ਲਿਖਿਆ ਜਾਂਦਾ ਹੈ, ਕਿਉਂਕਿ ਇਹ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੂੰ ਤਨਖਾਹ ਵੀ ਵੰਡਿਆ ਕਰਦਾ ਸੀ ਤੇ ਤਨਖਾਹ ਵੰਡਣ ਵਾਲੇ ਨੂੰ ਬਖਸ਼ੀ ਕਿਹਾ ਜਾਂਦਾ ਸੀ ਉਸ ਜ਼ਮਾਨੇ 'ਚ। ਇਸ ਕਰਕੇ ਇਹਦੇ ਨਾਂ ਦੇ ਨਾਲ ਬਖਸ਼ੀ ਜਹਾਨ ਖਾਨ ਲਿਖਿਆ ਗਿਆ। ਇਹ ਇੱਥੇ ਵੀ ਲੜਿਆ ਤੇ ਇਹ ਖਾਲਸੇ ਦੇ ਨਾਲ, ਬਾਬਾ ਦੀਪ ਸਿੰਘ ਹੋਰਾਂ ਦੇ ਨਾਲ ਹਰਿਮੰਦਰ ਸਾਹਿਬ ਦੀ ਉਸ ਲੜਾਈ ਵਿੱਚ ਵੀ ਬਖਸ਼ੀ ਜਹਾਨ ਖਾਨ ਅੱਗੇ ਵਧਿਆ ਹੈ, ਜਿਹਦੇ 'ਚ ਬਾਬਾ ਦੀਪ ਸਿੰਘ ਤੇ ਬਖਸ਼ੀ ਜਹਾਨ ਖਾਨ ਹੋਰਾਂ ਦਾ ਤਗੜਾ ਮੁਕਾਬਲਾ ਹੋਇਆ ਹੈ। ਇਹ ਇੱਕ ਬਹੁਤ ਜਬੜਾ ਮੰਨਿਆ ਜਰਨੈਲ ਸੀ। ਜਦੋਂ ਇਹਨੇ ਅੱਗੇ ਹੋਇਆ ਤੇ ਅਹਿਮਦ ਸ਼ਾਹ ਅਬਦਾਲੀ ਪਿੱਛੇ ਨੂੰ ਦੌੜਿਆ। ਬਖਸ਼ੀ ਜਹਾਨ ਖਾਨ ਨੇ ਖਾਲਸੇ ਦਾ ਹੱਲਾ ਰੋਕਿਆ। ਜੇ ਕਿਤੇ ਬਖਸ਼ੀ ਨਾ ਪਹੁੰਚਦਾ ਤਾਂ ਅਹਿਮਦ ਸ਼ਾਹ ਅਬਦਾਲੀ ਸਰਦਾਰ ਚੜ੍ਹਤ ਸਿੰਘ ਹੱਥੋਂ ਮਾਰਿਆ ਜਾਣਾ ਸੀ। ਇਹ ਵੱਖ-ਵੱਖ ਇਤਿਹਾਸਕਾਰਾਂ ਸਾਰਿਆਂ ਦੀ ਰਾਏ ਹੈ। ਜਿੱਦਾਂ ਜ਼ਬਰਦਸਤ ਹਮਲਾ ਕੀਤਾ ਸੀ ਉਹਨਾਂ ਨੇ, ਉਸ ਹਮਲੇ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਸਰਦਾਰ ਚੜ੍ਹਤ ਸਿੰਘ ਹੱਥੋਂ ਮਾਰਿਆ ਜਾਣਾ ਸੀ ਤੇ ਇਸ ਜੰਗ ਦਾ ਨਕਸ਼ਾ ਹੀ ਕੋਈ ਹੋਰ ਹੋ ਜਾਣਾ ਸੀ। ਇਹਦੇ ਸਿੱਟੇ ਤੇ ਰਿਜ਼ਲਟ ਹੀ ਹੋਰ ਨਿਕਲ ਪੈਣੇ ਸੀ। ਜੇ ਅਹਿਮਦ ਸ਼ਾਹ ਅਬਦਾਲੀ ਮਾਰਿਆ ਜਾਂਦਾ ਹੈ ਤੇ ਉਸ ਜ਼ਮਾਨੇ 'ਚ ਜੇ ਜਰਨੈਲ ਮਾਰਿਆ ਜਾਏ ਤੇ ਫੌਜ ਸਿਰ ਤੇ ਪੈਰ ਰੱਖ ਕੇ ਦੌੜ ਪੈਂਦੀ। ਤਾਂ ਇਹ ਜੰਗ ਖਾਲਸੇ ਨੇ ਆਪਣਾ ਅਹਿਮਦ ਸ਼ਾਹ ਅਬਦਾਲੀ ਨੂੰ ਮਾਰ ਕੇ ਕਈ ਬਦਲੇ ਲੈ ਜਾਣੇ ਸੀ, ਲੇਕਿਨ ਜਹਾਨ ਖਾਨ ਨੇ ਰੱਖਿਆ ਕੀਤੀ। ਰੱਖਿਆ ਕਰਕੇ ਇਹ ਜਿਹੜਾ ਹੈ ਫਿਰ ਲਗਭਗ ਕੋਈ ਅੱਧਾ ਕਿਲੋਮੀਟਰ ਦੇ ਦੂਰੀ ਤੇ ਪਿੱਛੇ ਚਲਾ ਗਿਆ। ਸਰਦਾਰ ਚੜ੍ਹਤ ਸਿੰਘ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਬਾਰ-ਬਾਰ ਵੰਗਾਰਿਆ, ਲੇਕਿਨ ਫਿਰ ਅਹਿਮਦ ਸ਼ਾਹ ਅਬਦਾਲੀ ਅਗਾਂਹ ਵਧਿਆ ਨਹੀਂ, ਜਿਹੜਾ ਆਪਣੇ ਆਪ ਨੂੰ ਏਸ਼ੀਆ ਦਾ ਵੱਡਾ ਜਰਨੈਲ ਤੇ ਜੇਤੂ ਸਮਝਦਾ ਸੀ, ਜਿਹੜਾ ਸਮਝਦਾ ਸੀ ਮੇਰੇ ਅੱਗੇ ਕੋਈ ਟਿਕ ਨਹੀਂ ਸਕਦਾ, ਜਿਹੜਾ ਇਹ ਸਮਝਦਾ ਸੀ ਕਿ ਅਹਿਮਦ ਸ਼ਾਹ ਅਬਦਾਲੀ ਨੇ ਕਦੀ ਪਿਛਾਂ ਭੌਂ ਕੇ ਨਹੀਂ ਵੇਖਿਆ, ਉਹਨੂੰ ਇੱਕ ਅੱਧਾ ਕਿਲੋਮੀਟਰ ਦੌੜ ਕੇ ਆਪਦੀ ਫੌਜ ਦੇ ਵਿੱਚ ਪਹੁੰਚ ਕੇ ਜਾਨ ਬਚਾਉਣੀ ਪਈ। ਇਹ ਉਹਦੇ ਵਾਸਤੇ ਇਹ ਬਹੁਤ ਵੱਡੀ ਬੇਨਮੋਸ਼ੀ ਸੀ, ਜਿਹੜਾ ਉਹਦੇ ਦਿਲ ਤੇ ਬਹੁਤ ਗਹਿਰਾ ਅਸਰ ਹੋਇਆ ਤੇ ਉਹਨੂੰ ਪਤਾ ਲੱਗਾ ਕਿ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਵਿੱਚ ਦਮ ਹੈ। ਅਸਲ ਵਿੱਚ ਉਸਨੇ ਮਨ ਹੀ ਮਨ ਹਾਰ ਮੰਨ ਲਈ। ਹੁਣ ਉਹਨੇ ਸੋਚਿਆ ਕਿ ਜੇ ਮੈਂ ਅੱਗੇ ਵੱਧ ਕੇ ਗਾਂ ਲੜਿਆ ਤੇ ਹੋ ਸਕਦਾ ਮੈਂ ਇਹਨਾਂ ਹੱਥੋਂ ਮਾਰਿਆ ਹੀ ਨਾ ਜਾਵਾਂ, ਪਰ ਲੜਾਈ ਜਾਰੀ ਰੱਖੀ। ਉਹ ਫਿਰ ਪਿੱਛੇ 1 ਕਿਲੋਮੀਟਰ ਪਿੱਛੇ ਬਹਿ ਕੇ ਉਹਨੇ ਉਹਦੀ ਜੰਗ ਦੀ ਅਗਵਾਈ ਕਰਦਾ ਰਿਹਾ, ਅੱਗੇ ਵੱਧ ਕੇ ਮੋਹਰੀ ਬਣ ਕੇ ਨਹੀਂ ਨਿਕਲਿਆ। ਇਹ ਉਹਦੀ ਫੌਜ ਵੀ ਵੇਖ ਰਹੀ ਸੀ ਕਿ ਅੱਜ ਸਾਡੇ ਅਹਿਮਦ ਸ਼ਾਹ ਅਬਦਾਲੀ ਜਾਮਪਨਾ ਨੂੰ ਇਹ ਕੀ ਵਾਪਰ ਗਿਆ ਕਿ ਪਿਛਾ ਹੋ ਗਿਆ। ਜਦੋਂ ਉਹਨੇ ਗਾਂਹ ਸੱਦ ਕੇ ਗੱਲ ਕੀਤੀ ਤਾਂ ਨਵਾਬ ਜ਼ੈਨ ਖਾਨ ਨੂੰ ਗੁੱਸੇ ਨਾਲ ਕਹਿੰਦਾ ਕਿ ਗਾਂਹ ਹੋ ਕੇ ਸਿੰਘਾਂ ਤੇ ਹਮਲਾ ਕਰੋ, ਤੇ ਹਮਲਾ ਤੇ ਕਰਨਾ ਸੀ ਨਾ ਉਹਦੇ ਸੈਨਾਪਤੀ ਆਪਣੇ ਜ਼ੈਨ ਖਾਨ ਦੇ ਸੈਨਾਪਤੀ ਨੇ। ਤੇ ਉਹਨੇ ਅੱਗੋਂ ਇਹ ਕਹੀ, ਉਹ ਕਹਿਣ ਲੱਗਾ ਸ਼ਾਹ ਸਾਹਿਬ, ਸਿੱਖਾਂ ਦੇ ਨਾਲ ਮੈਦਾਨ ਦੇ ਵਿੱਚ ਸਿੱਧਾ ਹੋ ਕੇ ਲੜਨਾ ਬਹੁਤ ਔਖਾ ਹੈ। ਇਹ ਗੱਲ ਲక్ష్ਮੀ ਨਾਰਾਇਣ ਨੇ, ਪੰਡਤ ਲక్ష్ਮੀ ਨਾਰਾਇਣ ਸੈਨਾਪਤੀ ਸੀ ਜਿਹੜਾ ਉਹਦਾ ਨਵਾਬ ਜ਼ੈਨ ਖਾਨ ਸਰਹੱਦ ਦਾ, ਉਹਨੇ ਕਿਹਾ ਸੀ ਉਹਨੇ ਅੱਗੇ ਸਿੱਧਾ ਜਿਹੜਾ ਹੈ ਉਹ ਬੜਾ ਔਖਾ ਹੈ। ਇੱਥੇ ਮੇਰੇ ਉਸਤਾਦ ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਇੱਕ ਦੁੱਲੇ ਦੀ ਵਾਰ ਹੁੰਦੀ ਸੀ ਇਸ ਪ੍ਰਸੰਗ ਦੇ ਵਿੱਚ ਕਿ ਵਿੱਚ ਖੜ ਕੇ ਮੈਦਾਨ ਦੇ ਸ਼ੀਤਲਾ ਔਖਾ ਖਾਲਸੇ ਦਾ ਝੱਲਣਾ ਵਾਰ ਕਿ ਮੈਦਾਨੀ ਜੰਗ ਵਿੱਚ, ਕਿਉਂਕਿ ਖਾਲਸੇ ਨੇ ਮਰ ਮਿਟਣ ਦੀ ਲਹਿ ਤੱਕ ਹੋ ਕੇ ਲੜਨਾ ਹੈ, ਕਿਉਂਕਿ ਖਾਲਸੇ ਨੂੰ ਇਹ ਪਤਾ ਹੈ ਕਿ ਜੇ ਇਸ ਜੰਗ ਵਿੱਚ ਮੈਂ ਮਾਰਿਆ ਜਾਵਾਂਗਾ
ਤੇ ਮੈਂ ਸ਼ਹੀਦ ਕਹਾਵਾਂਗਾ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਤੇਗ ਬਹਾਦਰ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ 'ਚ ਬਹਿਣ ਦਾ ਇੱਕ ਵਧੀਆ ਅਵਸਰ ਪ੍ਰਦਾਨ ਹੋਵੇਗਾ। ਖਾਲਸਾ ਮਰਨ ਤੋਂ ਬਾਅਦ ਵੀ ਨਹੀਂ ਮਰਦਾ, ਕਿਉਂਕਿ ਉਹਨੂੰ ਮਰਨ ਤੋਂ ਬਾਅਦ ਜੀਵਨ ਮਿਲਦਾ ਹੈ। ਇਸ ਕਰਕੇ ਖਾਲਸੇ ਨੂੰ ਮਰ ਮਿਟਣਾ ਕੋਈ ਵੱਡੀ ਗੱਲ ਨਹੀਂ ਹੁੰਦੀ, ਲੇਕਿਨ ਦੂਜੀ ਦੁਨੀਆ ਦੀਆਂ ਫੌਜਾਂ ਆਪਦੀ ਜਾਨ ਬਚਾ ਕੇ ਲੜਿਆ ਕਰਦੀਆਂ ਨੇ। ਖਾਲਸਾ ਜਦੋਂ ਵੀ ਲੜਦਾ ਹੈ, ਅੱਜ ਵੀ ਜੇ ਉਹ ਕਿਸੇ ਵੀ ਫੌਜ ਵਿੱਚ ਹੈ, ਭਾਰਤ ਦੀ ਫੌਜ ਵਿੱਚ ਵੀ ਹੈ, ਤੇ ਜੇ ਕਦੋਂ ਕਿਤੇ ਦੁਸ਼ਮਣ ਦੀਆਂ ਫੌਜਾਂ ਹਮਲਾ ਕਰਦੀਆਂ ਨੇ, ਭਾਵੇਂ ਉਹ ਕਾਰਗਿਲ ਹੋਵੇ, ਭਾਵੇਂ ਉਹ 71 ਦੀ ਜੰਗ ਹੋਵੇ, ਭਾਵੇਂ ਉਹ 65 ਦੀ ਜੰਗ ਹੋਵੇ, ਹੁਣ ਹਾਲ ਹੀ ਵਿੱਚ ਚੀਨ ਦੇ ਨਾਲ ਲਦਾਖ ਦੇ ਵਿੱਚ ਹੋਈ ਜੰਗ, ਸਾਡੇ ਸਿਪਾਹੀਆਂ ਨਿਹੱਥਿਆਂ ਨੇ ਉਹਨਾਂ ਦੇ ਕਿੰਨੇ ਫੌਜੀਆਂ ਦੇ ਕਾਨ ਉਤਾਰ ਕੇ ਰੱਖ ਦਿੱਤੇ। ਇਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਇਸ ਕੌਮ ਨੂੰ ਐਸਾ ਥਾਪੜਾ ਹੈ ਕਿ ਜਿੱਥੇ ਅਣਖ ਦੀ ਗੱਲ ਆਵੇ ਉੱਥੇ ਨਿਸ਼ਚੇ ਕਰ ਆਪਣੀ ਜੀਤ ਕਰੂੰ, ਉੱਥੇ ਆਪ ਕੀ ਔਦ ਨਿਧਾਨ ਬਣੇ, ਤਤ ਹੀ ਰਨ ਮੇ ਮੈਂ ਜੂਝ ਮरूं। ਇਹ ਗੁਰੂ ਗੋਬਿੰਦ ਸਿੰਘ ਜੀ ਦਾ ਆਸ਼ੀਰਵਾਦ ਹੈ ਕੌਮ ਨੂੰ ਕਿ ਜੇ ਅਣਖ ਦੀ ਗੱਲ ਆਈ ਤੇ ਜੂਝ ਕੇ ਮਰ ਜਾਵਾਂਗੇ, ਪਿੱਛੇ ਨਹੀਂ ਹਟਾਂਗੇ। ਇਸ ਕਰਕੇ ਖਾਲਸੇ ਦੀ ਹਰ ਮੈਦਾਨ ਫਤਿਹ। ਇਹ ਜੰਗ ਲਗਭਗ ਸ਼ਾਮ ਤੱਕ, ਦੇਰ ਤੱਕ, ਹਨੇਰੇ ਹੋਣ ਤੱਕ ਗਹਿ ਗਚ ਲੜਾਈ ਹੁੰਦੀ ਰਹੀ। ਇਹ ਗਹਿਰ ਪਿੰਡ ਤੋਂ ਤੁਰਦਾ ਸਿੰਘਾਂ ਦਾ ਕਾਫਲਾ ਅੱਗੇ ਜਾ ਕੇ ਕੁਤਬਾ ਬਾਹਮਣੀਆਂ ਤੱਕ ਪਹੁੰਚ ਗਿਆ। ਇੱਥੇ ਜਾ ਕੇ ਦਿਨ ਡੁੱਬ ਗਿਆ। ਸਵੇਰ ਦੀਆਂ ਲੜਦੀਆਂ ਫੌਜਾਂ ਨੂੰ ਨਾ ਰੋਟੀ ਦਾ ਸਮਾਂ ਮਿਲਿਆ, ਨਾ ਪਾਣੀ ਦਾ ਸਮਾਂ ਮਿਲਿਆ, ਨਾ ਕਿਤੇ ਵਿੱਚ ਕੋਈ ਬ੍ਰੇਕ ਰੁਕੀ ਗਈ। ਬਿਲਕੁਲ ਗਹਿ ਗਚ ਲੜਾਈ ਸੀ ਔਰ ਇਹ ਫੈਸਲਾ ਕੁਨ ਲੜਾਈ ਸੀ ਅਹਿਮਦ ਸ਼ਾਹ ਅਬਦਾਲੀ ਵੱਲੋਂ। ਖਾਲਸੇ ਨੇ ਆਪਣੀ ਹੋਂਦ ਬਚਾਉਣੀ ਸੀ ਤੇ ਅਹਿਮਦ ਸ਼ਾਹ ਅਬਦਾਲੀ ਨੇ ਖਾਲਸੇ ਦੀ ਹੋਂਦ ਜੜ ਤੋਂ ਖਤਮ ਕਰਨੀ ਸੀ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਕਿਰਪਾ ਕਰਕੇ ਖਾਲਸੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ ਖੜੇ ਸਨ। ਇਸ ਜੰਗ ਵਿੱਚ ਇੰਨਾ ਕਤਲੇਆਮ ਹੋਇਆ, ਇਤਿਹਾਸਕਾਰਾਂ ਨੇ ਲਿਖਿਆ ਕਿ ਖੂਨ ਦੇ ਛਿੱਟੇ ਉੱਡ ਕੇ ਉਹਨਾਂ ਰੁੱਖਾਂ ਤੇ ਪੈਂਦੇ ਸਨ ਤੇ ਰੁੱਖਾਂ ਤੋਂ ਖੂਨ ਦੀਆਂ ਪੱਤਿਆਂ ਤੋਂ ਖੂਨ ਦੀਆਂ ਬੂੰਦਾਂ ਪਈਆਂ ਡਿੱਗਦੀਆਂ ਸਨ। ਧਰਤੀ ਰੰਗ ਦਿੱਤੀ ਗਈ ਸੀ, ਲਾਲੋ ਲਾਲ ਹੋ ਗਈ ਸੀ। ਜਿਹੜੇ ਲਾਗੇ ਚਾਗੇ ਉਸ ਵੇਲੇ ਛੱਪੜ ਸਨ ਉਹਨਾਂ ਦੇ ਵਿੱਚ ਪੀਣ ਲਈ ਪਾਣੀ ਨਹੀਂ ਸੀ, ਖੂਨ ਭਰਿਆ ਪਾਣੀ ਸੀ। ਲੜਦਿਆਂ ਲੜਦਿਆਂ ਇਹ ਫੌਜ ਅੱਗੇ ਵੱਧ ਕੇ ਪਿੰਡ ਕੁਤਬਾ ਬਾਹਮਣੀਆਂ ਕੋਲ ਪਹੁੰਚੀ। ਉੱਥੋਂ ਗਾਂਹ ਜਾ ਕੇ ਹਠੂੜ ਦੇ ਲਾਗੇ ਗਏ। ਉੱਥੇ ਜਾ ਕੇ ਦਿਨ ਡੁੱਬ ਗਿਆ ਤੇ ਕਹਿੰਦੇ ਨੇ ਕਿ ਇੱਕ ਵੱਡਾ ਸਾਰਾ ਛੱਪੜ ਸੀ ਜਿੱਥੋਂ ਫਿਰ ਇਹਨਾਂ ਨੂੰ ਫੌਜਾਂ ਨੂੰ ਮਰ ਰਹੀਆਂ ਪਿਆਸ ਤੋਂ ਫੌਜਾਂ ਪਾਣੀ ਪੀਣ ਲੱਗੀਆਂ। ਉੱਥੇ ਇੱਕ ਅਜੀਬ ਘਟਨਾ ਵਾਪਰੀ। ਇੱਕ ਸਿੱਖ ਪਾਣੀ ਪੀ ਰਿਹਾ, ਉਹਦੇ ਨਾਲ ਥੋੜੀ ਦੂਰੀ ਤੋਂ ਅਬਦਾਲੀ ਦਾ ਸਿਪਾਹੀ ਵੀ ਪਾਣੀ ਪੀ ਰਿਹਾ। ਨਾ ਅਬਦਾਲੀ ਦੇ ਸਿਪਾਹੀ ਚ ਹੁਣ ਇੰਨੀ ਹਿੰਮਤ ਹੈ ਕਿ ਉਹ ਸਿੱਖ ਸਿਪਾਹੀ ਉੱਤੇ ਹਮਲਾ ਕਰੇ, ਤੇ ਨਾ ਸਿੱਖ ਸਿਪਾਹੀ ਦੀਆਂ ਬਾਹਾਂ ਹੀ ਹੁਣ ਸਾਥ ਦਿੰਦੀਆਂ ਨੇ ਕਿ ਉਹ ਅਬਦਾਲੀ ਦੀ ਉਹ ਸਿਪਾਹੀ ਤੇ ਹਮਲਾਵਰ ਹੋਵੇ। ਇੰਨੀ ਕੁ ਜਾਨ ਤੋੜ ਕੇ ਲੜੀਆਂ ਦੋਵੇਂ ਫੌਜਾਂ ਸ਼ਾਮ ਦੇ ਟਾਈਮ ਨਿਢਾਲ ਹੋ ਗਈਆਂ, ਹੰਭ ਗਈਆਂ ਤੇ ਉਸ ਛੱਪੜ ਤੋਂ ਪਾਣੀ ਪੀ ਕੇ ਫਰਮਾਨ ਆਇਆ ਕਿ ਅਬਦਾਲੀ ਨੇ ਕਿਹਾ ਇੱਥੋਂ ਕੂਚ ਕੀਤਾ ਜਾਏ। ਅਬਦਾਲੀ ਨੇ ਉਹਦੀ ਫੌਜ ਚੁੱਕੀ, ਉਹ ਮਲੇਰਕੋਟਲੇ ਨੂੰ ਟੁਰ ਗਿਆ। ਇਹ ਖਾਲਸੇ ਨੇ ਆਪਦੇ ਉਹ ਸਾਰੀ ਵਹੀਰ ਜਿਹੜੀ ਸੀ ਉਹਨੂੰ ਲੈ ਕੇ ਬਰਨਾਲੇ ਵੱਲ ਨੂੰ ਟੁਰ ਗਏ। ਇਹ ਜਦੋਂ ਦੋਵੇਂ ਫੌਜਾਂ ਟੁਰ ਗਈਆਂ ਤੇ ਇਹ ਲਗਭਗ ਕੋਈ 8-10 ਕਿਲੋਮੀਟਰ ਦਾ ਜਿਹੜਾ ਇਹ ਏਰੀਆ ਸੀ, ਇਹਦੇ ਵਿੱਚ ਫਿਰ ਲਾਸ਼ਾਂ ਦੇ ਢੇਰ ਪਏ ਸਨ। ਲਾਸ਼ਾਂ ਹੀ ਲਾਸ਼ਾਂ ਪਈਆਂ ਸਨ। ਤੇ ਜਦੋਂ ਇਹਦੀ ਗਿਣਤੀ ਹੋਈ ਤੇ ਲਗਭਗ ਇਸ ਲੜਾਈ ਦੇ ਵਿੱਚ 50,000 ਦੇ ਕਰੀਬ ਮਨੁੱਖੀ ਜਾਨਾਂ ਗਈਆਂ। ਇੰਨਾ ਖੂਨ ਵਗਿਆ, ਇੰਨਾ ਕਤਲੋ ਗਾਰਦ ਹੋਇਆ, ਇੰਨੇ ਅੰਗ ਕੱਟ ਕੱਟ ਕੇ ਉਸ ਮੈਦਾਨੀ ਜੰਗ ਵਿੱਚ ਪਏ ਸਨ, ਜਿਹਦੇ ਵਿੱਚ ਸਿੱਖਾਂ ਦਾ ਲਗਭਗ 30,000 ਦੇ ਕਰੀਬ ਬਾਲ ਬੱਚਾ, ਬੀਬੀਆਂ ਤੇ ਨੌਜਵਾਨ ਜਿਹੜੇ ਯੋਧੇ ਸਿਪਾਹੀ ਸੀ ਜਿਨ੍ਹਾਂ ਨੇ ਲੜ ਲੜ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ, ਉਹ 30,000 ਦੇ ਕਰੀਬ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਹੈ। ਤੇ ਲਗਭਗ 25,000 ਦੇ ਕਰੀਬ ਅਹਿਮਦ ਸ਼ਾਹ ਅਬਦਾਲੀ, ਜ਼ੈਨ ਖਾਂ, ਭੇਖਣ ਖਾਂ ਤੇ ਮੁਰਤਜ਼ਾ ਖਾਨ ਵੜੈਚ ਦੀਆਂ ਫੌਜਾਂ ਇੱਥੇ ਮਾਰੀਆਂ ਗਈਆਂ ਨੇ। ਇਹ 25,000 ਤੇ 30,000 55,000 ਦੇ ਕਰੀਬ ਇਸ ਮੈਦਾਨ ਵਿੱਚ ਲਾਸ਼ਾਂ ਦੀ ਲਾਈਨਾਂ ਪਈਆਂ ਨੇ। 55,000 ਮਨੁੱਖ ਇੱਥੇ ਕਤਲ ਹੋਇਆ।
ਇਸ ਉਸ ਜ਼ਮਾਨੇ 'ਚ ਕੋਈ ਏਡੀ ਵੱਡੀ ਭੀੜ ਨਹੀਂ ਸੀ ਮਨੁੱਖਾਂ ਦੀ ਜਿਸ ਤਰ੍ਹਾਂ ਦੀ ਅੱਜ ਕੱਲ੍ਹ ਚੱਲਦੀ ਪਈ ਹੈ। ਉਦੋਂ ਮਨੁੱਖਾਂ ਦੀ ਗਿਣਤੀ ਏਡੀ ਵੱਡੀ ਨਹੀਂ ਸੀ, ਲੇਕਿਨ 50,000 ਦਾ ਕਤਲੇਆਮ ਇੱਕੋ ਦਿਨ ਸਵੇਰ ਤੋਂ ਲੈ ਕੇ ਤੇ ਦਿਨ ਡੁੱਬਣ ਤੱਕ ਹੋ ਜਾਣਾ, ਇਸ ਔਰ ਸਿੱਖਾਂ ਦਾ ਵੀ 30,000 ਦਾ ਨੁਕਸਾਨ ਹੋ ਜਾਣਾ, ਬਾਲ ਬੱਚੇ ਦਾ ਵੀ ਹੋ ਜਾਣਾ। ਇਸ ਕਰਕੇ ਇਸ ਭਿਅੰਕਰ ਜੰਗ ਨੂੰ ਸਿੱਖ ਇਤਿਹਾਸ ਦੇ ਖੂਨੀ ਪੱਤਰੇ ਕਿਹਾ ਜਾਂਦਾ ਹੈ। ਇਸ ਸਿੰਘ ਜੰਗ ਨੂੰ ਵੱਡਾ ਘੱਲੂਘਾਰਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੀ ਇੱਕ ਛੋਟਾ ਘੱਲੂਘਾਰਾ ਵੀ ਹੈ ਜਿਹਦੇ 'ਚ 10,000 ਦੇ ਕਰੀਬ ਸਿੱਖ ਸ਼ਹੀਦ ਹੋਇਆ ਹੈ। ਇਹਦੇ 'ਚ 30,000 ਦੇ ਕਰੀਬ ਸਿੱਖ ਬੀਬੀਆਂ ਬਾਲ ਬੱਚਾ ਸ਼ਹੀਦ ਹੋਇਆ ਹੈ। ਔਰ ਉਹ ਕੁੱਪ ਹਰੀਰੇ ਦਾ ਜਿਹੜਾ ਮੈਦਾਨ ਹੈ ਉਹ ਅੱਜ ਵੀ ਸਾਨੂੰ ਦੱਸਦਾ ਹੈ ਕਿ ਇੱਥੇ ਇੰਨਾ ਕਤਲੇਆਮ ਹੋਇਆ ਸੀ। 5 ਫਰਵਰੀ 1762 ਈਸਵੀ ਨੂੰ ਇਹ ਵੱਡਾ ਘੱਲੂਘਾਰਾ ਮਲੇਰਕੋਟਲੇ ਦੇ ਲਾਗੇ ਕੁੱਪ ਹੀਰੇ ਦੇ ਮੈਦਾਨ ਵਿੱਚ ਵਾਪਰਿਆ, ਜਿਹਦੀਆਂ ਯਾਦਗਾਰਾਂ ਅੱਜ ਵੀ ਕਾਇਮ ਨੇ। ਔਰ 5 ਫਰਵਰੀ ਨੂੰ ਇਲਾਕੇ ਦੀ ਸੰਗਤ ਉੱਥੇ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਚੜ੍ਹਦੀ ਕਲਾ ਵਾਲਾ ਧਾਰਮਿਕ ਸਮਾਗਮ ਵੀ ਕਰਦੀ ਹੈ। ਇਹ ਸਿੱਖਾਂ ਦੀ ਲਹੂ ਭਿੱਜੀ ਦਾਸਤਾਨ ਸੀ। ਸਿੱਖਾਂ ਨੇ ਤਲਵਾਰਾਂ ਦੀ ਧਾਰਾਂ ਉੱਤੇ ਨੱਚ ਕੇ ਉਹਦੀ ਕੌਮ ਨੂੰ ਆਜ਼ਾਦੀਆਂ ਤੇ ਸ਼ਾਨ ਪ੍ਰਾਪਤ ਕੀਤੀਆਂ ਸਨ, ਲੜ ਮਰੇ ਸਨ। ਔਰ ਇਸ ਜੰਗ ਦੇ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ ਦੀ ਇੱਕ ਐਸੀ ਪ੍ਰੀਖਿਆ ਸੀ। ਉਹਨੇ ਆਪਦੀ ਰਣਨੀਤੀ ਯੁੱਧ ਨੀਤੀ ਇਸ ਪ੍ਰਬਲ ਕਰਕੇ ਵਿਖਾਈ ਕਿ ਦੁਨੀਆ ਦਾ ਮਹਾਨ ਜੇਤੂ ਅਹਿਮਦ ਸ਼ਾਹ ਅਬਦਾਲੀ ਵੀ ਇਸ ਗੱਲ ਨੂੰ ਮੰਨ ਗਿਆ। ਨਿਰਸੰਦੇਹ ਅਹਿਮਦ ਸ਼ਾਹ ਅਬਦਾਲੀ ਇੱਕ ਬਹੁਤ ਵੱਡਾ ਜੰਗੀ ਜਰਨੈਲ ਸੀ, ਪਰ ਉਹ ਵੀ ਇੱਥੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੇ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ ਦੀ ਇਹ ਚੱਕਰੀ ਵਾਲੀ ਜੰਗ ਨੂੰ, ਚੱਕਰ ਵਿਊ ਵਿੱਚ ਘੁੰਮ ਕੇ ਲੜਨ ਵਾਲੀ ਜੰਗ ਨੂੰ ਵੇਖ ਕੇ ਹੈਰਾਨ ਹੋ ਗਿਆ, ਜਿਹਦੇ ਵਿੱਚ ਜਿੰਨਾ ਚਿਰ ਚੱਕਰ ਨਹੀਂ ਸੀ ਬਣਿਆ ਉਹਨਾਂ ਚਿਰ ਵਹੀਰ ਦਾ ਕਤਲੇਆਮ ਬਹੁਤ ਹੋ ਗਿਆ, ਬਹੁਤ ਜ਼ਿਆਦਾ। ਲੇਕਿਨ ਜਦੋਂ ਸਿੰਘਾਂ ਨੇ, ਸਿਪਾਹੀਆਂ ਨੇ ਉਹਨਾਂ ਦੇ ਦੁਆਲੇ ਇੱਕ ਮਨੁੱਖੀ ਦੀਵਾਰ ਬਣਾ ਦਿੱਤੀ, ਉਸ ਤੋਂ ਬਾਅਦ ਇੱਕ ਵੀ ਬੱਚਾ ਬਜ਼ੁਰਗ ਸ਼ਹੀਦ ਨਹੀਂ ਹੋਣ ਦਿੱਤਾ। ਇਹ ਉਹਨਾਂ ਦੀ ਕਰਾਮਾਤ ਸੀ। ਔਰ ਇਸ ਜੰਗ ਵੀ ਯੁੱਧ ਵਿਧੀ ਨੂੰ ਵੀ ਇਤਿਹਾਸ ਸੁਨਹਿਰੀ ਅੱਖਰਾਂ 'ਚ ਲਿਖਦਾ ਹੈ। ਜਦੋਂ ਕਦੀ ਘੱਲੂਘਾਰੇ ਦਾ ਜ਼ਿਕਰ ਹੁੰਦਾ ਹੈ, ਇਹਦੇ ਉੱਤੇ ਲੇਖ ਲਿਖੇ ਗਏ ਨੇ, ਇਹਦੇ ਉੱਤੇ ਥੀਸਿਸ ਲਿਖੇ ਗਏ ਨੇ, ਕਿਤਾਬਾਂ ਲਿਖੀਆਂ ਗਈਆਂ ਨੇ। ਉਹਨਾਂ ਦਾ ਟਾਈਟਲ ਲਗਭਗ ਇਹੋ ਜਿਹਾ ਹੀ ਬਣਦਾ ਹੈ, ਜਿਹਦੇ ਵਿੱਚ ਮੇਰੇ ਵੀ ਕੁਝ ਲੇਖ ਛਪਦੇ ਰਹੇ ਨੇ ਇਹਦੇ ਉੱਤੇ। ਉਹਦਾ ਟਾਈਟਲ ਇਹ ਬਣਦਾ ਹੁੰਦਾ ਸੀ, ਵੱਡਾ ਘੱਲੂਘਾਰਾ ਤੇ ਸਿੱਖਾਂ ਦੀ ਯੁੱਧ ਨੀਤੀ। ਵੱਡੇ ਘੱਲੂਘਾਰੇ 'ਚ ਕਤਲੇਆਮ ਤਾਂ ਨਿਰਸੰਦੇਹ ਹੋਇਆ ਹੈ, ਲੇਕਿਨ ਸਿੱਖਾਂ ਨੇ ਜਿੱਥੇ ਉਹਦੀ ਜੰਗ ਤੇ ਯੁੱਧ ਨੀਤੀ ਦੀ ਤਰਜਮਾਨੀ ਦਿੱਤੀ ਹੈ ਉਹ ਵੀ ਬਾਕਮਾਲ ਹੈ। ਔਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ ਨੇ ਜੋ ਰੋਲ ਨਿਭਾਇਆ ਹੈ, ਜੋ ਦਿਮਾਗ ਤੋਂ ਕੰਮ ਲਿਆ ਹੈ, ਫਿਰ ਵੀ 50,000 ਦੇ ਵਿੱਚੋਂ ਉਹ 25,000 30,000 ਕਤਲ ਹੋ ਗਿਆ ਤੇ 20,000 ਦੇ ਕਰੀਬ ਫਿਰ ਵੀ ਜਾਨਾਂ ਬਚਾਉਣ ਵਿੱਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਸ਼ਾਮ ਸਿੰਘ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਸਰਦਾਰ ਬਘੇਲ ਸਿੰਘ ਇਤਿਹਾਦਿਕ ਬਹੁਤ ਸਾਰੇ ਜਰਨੈਲ ਨੇ ਜਿਹੜੇ ਸਤਿਕਾਰਯੋਗ ਨੇ, ਜਿਨ੍ਹਾਂ ਨੇ ਉਸ ਵੇਲੇ 20,000 ਦੇ ਕਰੀਬ ਬੀਬੀਆਂ, ਬੱਚੇ ਤੇ ਨੌਜਵਾਨ ਸਿਪਾਹੀ ਵੀ ਬਚਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਅਗਰ ਜੇ ਇਹ 20,000 ਵੀ ਮਾਰਿਆ ਜਾਂਦਾ ਤੇ ਫਿਰ ਅਹਿਮਦ ਸ਼ਾਹ ਅਬਦਾਲੀ ਤਲਵਾਰ ਖੜਕਾ ਕੇ ਕਾਬਲ ਦੇ ਕਿਲੇ ਤੋਂ ਬੋਲ ਸਕਦਾ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖਤਮ ਕਰ ਦਿੱਤਾ। ਲੇਕਿਨ ਜੇ ਇਹ 20,000 ਦੇ ਕਰੀਬ ਖਾਲਸਾ ਬਚਿਆ ਹੈ ਤੇ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸੁਲਤਾਨੁਲ ਕੌਮ ਦਾ। ਉਹਨਾਂ ਮਹਾਨ ਸ਼ਹੀਦਾਂ ਨੂੰ ਸਤਿਕਾਰ ਨਾਲ ਸਿਰ ਝੁਕਦਾ ਹੈ। ਅਸੀਂ ਉਹਨਾਂ ਨੂੰ ਸਲਾਮ ਕਰਨੇ ਆ, ਸਲੂਟ ਕਰਨੇ ਆ, ਸਜਦਾ ਕਰਨੇ ਆ, ਜਿਨ੍ਹਾਂ ਨੇ ਏਡੀਆਂ ਘਾਲਣਾ ਕਰਕੇ ਘਾਲ ਕੇ ਇਸ ਕੌਮ ਨੂੰ ਚੜ੍ਹਦੀ ਕਲਾ ਲਿਆਂਦਾ ਹੈ। ਮੈਂ ਅੱਜ ਵੀ ਆਪਦੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ
ਇਹ ਬੇਨਤੀ ਕਰਾਂਗਾ ਕਿ ਇਹਨਾਂ ਸੂਰਬੀਰਾਂ ਦੀਆਂ ਉਹ ਕੁਰਬਾਨੀਆਂ ਨੂੰ ਸਦਾ ਯਾਦ ਰੱਖਿਆ ਜਾਏ, ਸਦਾ ਗਹਿਣਾ ਬਣਾ ਕੇ ਆਪਦੇ ਗਲ ਵਿੱਚ ਪਾਇਆ ਜਾਏ। ਇੱਕ ਇੱਕ ਇਤਿਹਾਸਿਕ ਘਟਨਾ ਨੂੰ ਹੀਰਾ ਤੇ ਪੰਨਾ ਸਮਝ ਕੇ ਵਰਤਿਆ ਜਾਏ, ਤਾਂ ਅਸੀਂ ਕਦੇ ਵੀ ਨਾ ਡੋਲਾਂਗੇ, ਕਦੇ ਵੀ ਨਾ ਘਟਾਂਗੇ। ਸਰਬੱਤ ਦਾ ਭਲਾ ਮੰਗਣ ਵਾਲੀ ਇਹ ਖਾਲਸਾ ਪੰਥ, ਜਿਹੜੀ ਅੱਜ ਵੀ ਕਰੋਨਾ ਦੇ ਵਿੱਚ ਵੀ ਅਸੀਂ ਪੂਰੀ ਦੁਨੀਆ ਦੇ ਵਿੱਚ ਲੰਗਰ ਲਾਏ ਨੇ, ਲੰਗਰ ਛਕਾਏ ਨੇ, ਇਹ ਉਸ ਗੁਰੂ ਗੋਬਿੰਦ ਸਿੰਘ ਦੇ ਖਾਲਸੇ ਦਾ, ਗੁਰੂ ਨਾਨਕ ਦੇਵ ਦੇ ਨਾਮ ਲੇਵਾ ਸਿੰਘਾਂ ਦਾ ਨਾਮ ਹੈ। ਇੱਥੇ ਇਹ ਇਤਿਹਾਸ ਦੀ ਸਮਾਪਤੀ ਹੈ। ਮੈਂ ਕੋਈ ਇੱਕ ਲਫ਼ਜ਼ ਕੋਈ ਵੱਧ ਘੱਟ ਬੋਲ ਗਿਆ ਹੋਵਾਂ, ਇਸ ਇਤਿਹਾਸਕ ਖੋਜ ਦੇ ਮੁਤਾਬਕ ਕੋਈ ਚੀਜ਼ ਅੱਗੇ ਪਿੱਛੇ ਹੋ ਗਈ ਹੋਵੇ, ਮੈਂ ਭੁੱਲਣਹਾਰ ਹਾਂ, ਇੱਕ ਇਨਸਾਨ ਹਾਂ। ਆਪ ਬਖਸ਼ੰਤ ਹੋ ਗੁਰੂ ਕੀ ਸੰਗਤ, ਮੈਨੂੰ ਮਾਫ਼ ਕਰਿਓ। ਮੈਂ ਆਪ ਤੋਂ ਪਹਿਲਾਂ ਹੀ ਮਾਫ਼ੀ ਚਾਹਵਾਨ ਹਾਂ ਕਿ ਜੇ ਕੋਈ ਲਫ਼ਜ਼ ਵੱਧ ਘੱਟ ਹੋ ਗਿਆ ਹੋਵੇ ਉਹਦੀ ਮਾਫ਼ੀ ਚਾਹਾਂਗਾ। ਤੇ ਇੱਥੇ ਹੀ ਇਹ ਸਮਾਪਤੀ ਹੈ। ਇੱਕ ਬੇਨਤੀ ਮੈਂ ਹੋਰ ਕਰਿਆ ਕਰਨਾ ਉਸ ਅਕਾਲ ਪੁਰਖ ਦੁਨੀਆ ਦੇ ਵਾਲੀ ਨੂੰ ਕਿ ਉਹ ਇੱਥੇ ਕਰੋਨਾ ਵਾਇਰਸ ਵਰਗੀ ਇਸ ਭਿਅੰਕਰ ਬਿਮਾਰੀ ਤੋਂ ਮਨੁੱਖਤਾ ਨੂੰ ਨਿਜਾਤ ਦਵਾਵੇ। ਜੇ ਮਨੁੱਖਾਂ ਤੋਂ ਕੋਈ ਗਲਤੀ ਹੈ ਤਾਂ ਅਬ ਕੀ ਬਾਰ ਬਖਸ਼ ਬੰਦੇ ਨੂੰ, ਮਨੁੱਖਾਂ ਨੂੰ ਬਖਸ਼ ਦੇਵੇ। ਮਨੁੱਖ ਉਸ ਪਰਮਾਤਮਾ ਦੀ ਅੰਸ਼ ਬੰਸ ਹੈ, ਮਨੁੱਖਾਂ ਨੂੰ ਮਾਫ਼ ਕਰੇ, ਉਹਦੀ ਔਲਾਦ ਨੂੰ ਮਾਫ਼ ਕਰੇ, ਤੇ ਮਨੁੱਖ ਵੀ ਉਹਦੇ ਨਾਲ ਫਿਰ ਕੁਦਰਤ ਨਾਲ ਛੇੜਛਾੜ ਕਰਨ ਤੋਂ ਗੁਰੇਜ਼ ਕਰਨ ਤਾਂ ਉਹ ਦਾਤਾ, ਉਹ ਦੁਨੀਆ ਦਾ ਵਾਲੀ, ਉਹ ਅਕਾਲ ਪੁਰਖ, ਉਹ ਭਗਵਾਨ, ਉਹ ਅੱਲਾ, ਉਹ ਪਰਮੇਸ਼ਵਰ ਇਸ ਦੁਨੀਆ ਦੇ ਉੱਤੇ ਕਰੋਨਾ ਵਾਇਰਸ ਨੂੰ ਚੁੱਕੇ ਤੇ ਇਹ ਦੁਨੀਆ ਫਿਰ ਉਸੇ ਦੌੜ ਵਿੱਚ ਉਸੇ ਤਰ੍ਹਾਂ ਗਤੀ ਕਰੇ। ਹਰ ਮਨੁੱਖ ਆਪਦੀ ਜ਼ਿੰਦਗੀ 'ਚ ਆਪਦੇ ਪਰਿਵਾਰ ਵਿੱਚ ਖੁਸ਼ੀਆਂ ਤੇ ਖੇੜੇ ਪੂਰੇ ਬਤੀਤ ਕਰਕੇ ਜਾਵੇ। ਇਹੀ ਦਾਸ ਦੀ ਅਰਦਾਸ ਬੇਨਤੀ ਜੋਜੜੀ ਹੈ ਉਸ ਅਕਾਲ ਪੁਰਖ ਅੱਗੇ, ਇਹੀ ਮੇਰੀ ਇਲਤਜਾ ਹੈ। ਅੰਤ ਵਿੱਚ ਫੇਰ ਜੇ ਕੋਈ ਗਲਤੀ ਹੈ ਤੇ ਉਹਦੀ ਮਾਫ਼ੀ ਮੰਗਦਾ ਹੋਇਆ ਇੱਕ ਵਾਰੀ ਆਪਾਂ ਫੇਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਉਸ ਬਖਸ਼ੇ ਹੋਏ ਨਾਰੇ ਨੂੰ ਬੁਲੰਦ ਕਰੀਏ ਜੀ, ਗੱਜ ਕੇ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।